ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ। ਮੈਂ ਸੁਰਭੀ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਸਿੱਧੀਆਂ ਗੱਲਾਂ ਲੈ ਕੇ। हाँ हाजिर हो ठीक है। ਤੁਸੀਂ ਵੀ ਆਪਣੀ ਹਾਜ਼ਰੀ अच्छा ਭਰੋ। मैं भी हाजिरी भरदा। मेरा नाम संजीव यश खन्ना, मैं भी सिद्धियां गल्लां करांगा। हालांकि सुरभि कई बार गोल गोल गल्लां कर जांदे ने जलेबी वकन सिद्धियां, पर मैं बिल्कुल सिद्धियां गल्लां करांगा जी। ਕਈ ਵਾਰ ਨਾ ਸਿੱਧੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਫਿਰ ਗੋਲ ਗੋਲ ਕਰਕੇ ਸਮਝਾਉਣਾ ਪੈਂਦਾ ਹੈ। दुनिया गोल है, ਦੁਨੀਆ हर ਗੋਲ ਹੈ, चीज़ घूम के आउंदी है, ਗੱਲਾਂ ਵੀ ਗੋਲ ਹੋਣੀਆਂ ਚਾਹੀਦੀਆਂ। बिल्कुल होनी ਹੁਣ चाहिए। ਹਰ ਕੋਈ ਸਿੱਧੀਆਂ ਗੱਲਾਂ ਕਰਦਾ ਰਹੇਗਾ ਤੇ ਕੀ ਮਜ਼ਾ ਨਾ, ਮਜ਼ਾ ਤਾਂ ਵੀ ਆਵੇ ਕਿ ਕੁਝ ਸਿੱਧੀਆਂ ਗੱਲਾਂ ਕਰਨ ਵਾਲੇ ਹੋਣ, ਕੁਝ ਟੇਢੀਆਂ ਗੱਲਾਂ ਕਰਨ ਵਾਲੇ ਹੋਣ, ਕੁਝ ਗੋਲ ਗੋਲ ਗੱਲਾਂ ਕਰਨ ਵਾਲੇ ਹੋਣ। ਪਤਾ ਕੀ ਹੋਇਆ, ਐਗਜ਼ਾਮ ਦੇ ਵਿੱਚ ਪ੍ਰਸ਼ਨ ਆਇਆ, ਕਹਿੰਦੇ ਸਿੱਧ ਕਰੋ ਧਰਤੀ ਗੋਲ ਹੈ। ਅੱਛਾ ਤੇ ਇੱਕ ਮੁੰਡੇ ਨੇ ਲਿਖਿਆ, ਕਹਿੰਦਾ ਮੈਂ ਛੱਤ ਦੇ ਉੱਤੇ ਚੜ੍ਹ ਕੇ ਦੇਖਿਆ ਧਰਤੀ ਗੋਲ ਹੈ। ਅੱਛਾ ਤੇ ਐਗਜ਼ਾਮੀਨਰ ਨੇ ਲਿਖਿਆ ਹੁਣ ਪੇਪਰ ਚੁੱਕ ਕੇ ਵੀ ਦੇਖ ਜ਼ੀਰੋ ਵੀ ਗੋਲ ਹੈ। ਇਹ ਸਹੀ ਸੀਗਾ, ਇਹ ਸਹੀ ਹੈ। ਬਿਲਕੁਲ ਸਹੀ ਹੈ। ਜਿੱਦਾਂ ਆਪਾਂ ਗੱਲ ਕਰ ਹੀ ਰਹੇ ਸੀ ਨਾ, ਉਹਨੇ ਵੀ ਘੁਮਾ ਕੇ ਆਨਸਰ ਦਿੱਤਾ ਤੇ ਅੱਗੇ ਮੈਡਮ ਨੇ ਵੀ ਘੁਮਾ ਕੇ ਹੀ ਦੱਸਿਆ। ਬਿਲਕੁਲ ਸਰਕਲ, ਔਰ ਕਹਿੰਦੇ ਨੇ ਕਿ ਹਰ ਚੀਜ਼ ਸਰਕਲ ਦੇ ਵਿੱਚ ਹੈ ਪੂਰੀ ਯੂਨੀਵਰਸ ਦੇ ਵਿੱਚ, ਔਰ ਯੂਨੀਵਰਸ ਦੇ ਵਿੱਚ ਹਰ ਚੀਜ਼ ਘੁੰਮਦੀ ਹੈ। ਇਸ ਕਰਕੇ ਸਰਕਲ ਚੱਲਦਾ 360 ਡਿਗਰੀ, ਔਰ ਜ਼ਿੰਦਗੀ ਦਾ ਵੀ ਸਰਕਲ ਚੱਲਦਾ, ਔਰ ਸਰਕਲ ਹੀ ਸਰਕਲ ਚੱਲਦੇ ਰਹਿੰਦੇ ਨੇ। ਕਈ ਵਾਰ ਸਿਰ ਨੂੰ ਵੀ ਸਰਕਲ ਚੜ ਜਾਂਦੇ ਨੇ ਗੱਲਾਂ ਸੁਣ ਸੁਣ ਕੇ। ਇਹ ਤਾਂ ਗੱਲ ਹੈ। ਤੇ ਫਿਲਹਾਲ ਮੈਨੂੰ ਤੁਹਾਡੀ ਗੱਲਾਂ ਸੁਣ ਕੇ ਨੀਂਦ ਬਹੁਤ ਆਉਣ ਲੱਗ ਗਈ। ਹਾਂ, ਨੀਂਦ ਆਉਣੀ ਚਾਹੀਦੀ ਹੈ। ਨੀਂਦ ਆਉਣਾ ਬਹੁਤ ਵਧੀਆ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਹੈ, ਔਰ 8 ਘੰਟੇ ਜ਼ਰੂਰ ਸੋਣਾ ਚਾਹੀਦਾ 8 ਘੰਟੇ ਹੀ ਸੋਣਾ ਚਾਹੀਦਾ, 6 ਘੰਟੇ ਸੋਣਾ ਚਾਹੀਦਾ। 13 ਘੰਟੇ ਨਹੀਂ ਨਾ ਸੋਣਾ ਚਾਹੀਦਾ। ਅੱਜ ਕੱਲ 13 ਘੰਟੇ ਸੌਣ ਵਾਲੇ ਲੋਕ ਵੀ ਬਹੁਤ ਨੇ। 12-13 ਘੰਟੇ? ਹਾਂ, ਤੇ ਜੇ ਫਿਰ 10 ਕੰਮ ਕੀ 11 ਕਰਦੇ 11 ਨੇ? 12 ਵਜੇ ਉੱਠਦੇ ਨੇ। ਵੈਸੇ ਸੰਡੇ ਨੂੰ ਹੁੰਦਾ ਹੈ। ਸੰਡੇ ਨੂੰ ਕੀ ਹੁੰਦਾ ਹੈ? ਅੱਛਾ ਕੀ ਕਰਨ ਲੱਗਾ? ਬਸ ਉੱਠਿਆ ਹੀ ਸੀ, ਸੁੱਤਾ ਹੀ ਉੱਠਿਆ ਸੀ। ਅੱਛਾ ਫਿਰ ਕੀ ਕਰਨਾ? ਬਸ ਸੌਣ ਲੱਗਾ। ਮਤਲਬ ਸੌਣ ਤੋਂ ਇਲਾਵਾ ਕੋਈ ਕੰਮ ਨਹੀਂ। ਸੰਡੇ ਸਾਰਾ ਦਿਨ ਸੁੱਤੇ ਰਹਿਣਗੇ। ਕਿਉਂ? ਅੱਜ ਛੁੱਟੀ ਹੈ। ਇਹਨਾਂ ਨੂੰ ਪੁੱਛੋ ਭਲੇ ਮਾਨਸੋ, ਕੁਦਰਤ ਨੇ ਕਦੀ ਛੁੱਟੀ ਕੀਤੀ ਆ? ਤੁਸੀਂ ਕੋਈ ਛੁੱਟੀ ਕਰਦੇ ਪਏ ਹੋ? ਕੋਈ ਕੰਮ ਕਰ ਪਰ ਲਓ। ਫਿਰ ਵੀ ਕਿੱਦਾਂ ਹੁੰਦਾ ਕਿ ਸਾਨੂੰ ਰੋਜ਼ ਉੱਠਣ ਦੀ ਆਦਤ ਪੈ ਜਾਂਦੀ ਨਾ, ਜਦੋਂ ਜਲਦੀ ਛੁੱਟੀ ਵਾਲੇ ਦਿਨ ਵੀ ਆਪਾਂ ਜਲਦੀ ਉੱਠ ਜਾਂਦੇ ਹਾਂ। ਖਾਸ ਕਰ ਸਕੂਲ ਟਾਈਮ 'ਚ ਤਾਂ ਬਹੁਤ ਹੁੰਦਾ ਸੀ। ਤੇ ਘਰਦਿਆਂ ਨੇ ਕਹਿਣਾ ਕਿ ਸੰਡੇ ਲੇਟ ਉੱਠਾਂਗੇ, ਪਰ ਕੁਦਰਤੀ ਹੈ ਕਿ 6 ਵਜੇ ਅੱਖ ਖੁੱਲ ਜਾਣੀ, ਉਸ ਤੋਂ ਬਾਅਦ ਨੀਂਦ ਹੀ ਨਹੀਂ ਆਣੀ। ਲੇਟ ਉੱਠਾਂਗੇ ਮਤਲਬ ਲੇਟ ਕੇ ਉੱਠਾਂਗੇ। ਲੇਟ। ਇਹ ਹੁਣ ਤੁਹਾਡੀਆਂ ਸਿੱਧੀਆਂ ਆਪਣੀਆਂ ਗੱਲਾਂ ਨੇ ਜਿਹੜੀ ਮੇਰੀ ਸਮਝ ਤੋਂ ਪਾਰ ਨੇ। ਅੱਛਾ, ਅਕਸਰ ਇਦਾਂ ਕੀ ਹੁੰਦਾ, ਅਸੀਂ ਕੋਈ ਕਿਤਾਬ ਖੋਲਦੇ ਆ, ਨਾਲੇ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ, ਉਹੀ ਫੋਨ ਚਲਾ ਲਈਏ, ਨੀਂਦ ਨਹੀਂ ਆਉਂਦੀ। ਇਹਦੇ ਉੱਤੇ ਰਿਸਰਚ ਕਰ ਸਕਦੇ ਆ ਆਪਾਂ, PhD ਮਿਲ ਸਕਦੀ ਹੈ, ਡਾਕਟਰੇਟ ਹੋ ਸਕਦੀ ਆ। ਫਿਲਹਾਲ PhD ਕਰਨ ਦਾ ਇਸ ਟਾਈਮ ਤਾਂ ਟਾਈਮ ਹੈ ਨਹੀਂਗਾ। ਕਹਿੰਦੇ ਸਭ ਤੋਂ ਵਧੀਆ ਗੋਲੀ ਕਿਹੜੀ ਹੈ ਨੀਂਦ ਵਾਸਤੇ? ਕਹਿੰਦਾ ਗੋਲੀ ਖਾਣ ਦੀ ਲੋੜ ਨਹੀਂ, ਕਿਤਾਬ ਪੜ੍ਹਨ ਬਹਿ ਜਾਓ, ਉਹ ਵੀ ਵੱਡੀ ਸਾਰੀ ਹੋਵੇ, ਮੋਟੀ ਸਾਰੀ ਕਿਤਾਬ ਹੋਵੇ। ਇਹ ਤਾਂ ਫੈਕਟ ਹੈ। ਇਹ ਨਾ ਜਿੱਦਾਂ ਮਰਜ਼ੀ ਕਹਿੰਦੇ ਕਿ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨਾ, ਤੁਸੀਂ ਰੀਡਿੰਗ ਕਰਿਆ ਕਰੋ, ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। ਵੀ ਕਿਤਾਬਾਂ ਕੀ ਨੀਂਦ ਦੀ ਗੋਲੀਆਂ ਨੇ, ਜਿਹੜੇ ਆਪਾਂ ਖੋਲੀਏ ਤੇ ਇਹ ਤਾਂ ਪੜ੍ਹ ਕੇ ਪਤਾ ਲੱਗੂਗਾ ਵਾਕਈ ਆਂਦੀ ਹੈ, ਸੱਚੀ ਆਂਦੀ ਹੈ। ਮੈਂ ਖੁਦ ਟਰਾਈ ਕੀਤਾ ਹੈ। ਔਰ ਤੁਸੀਂ ਕਿਤਾਬ ਪੜ੍ਹ ਕੇ ਸੋਵੋ ਨਾ, ਤੁਹਾਨੂੰ ਨੀਂਦ ਬਹੁਤ ਵਧੀਆ ਆਉਂਦੀ, ਰਿਲੈਕਸ ਹੋ ਕੇ ਸੌਂਦੇ ਹੋ। ਪਰ ਸ਼ਰਤ ਇਹ ਹੈ ਕਿ ਵਧੀਆ ਕਿਤਾਬ ਹੋਵੇ, ਸੋਹਣੀ ਕਿਤਾਬ ਹੋਵੇ। ਇਹ ਨਹੀਂ ਕਿ ਝਗੜੇ, ਜਸੂਸੀ ਨਾਵਲ, ਪਤਾ ਨਹੀਂ ਕੀ ਕੁਝ ਪੜ੍ਹ ਕੇ ਸੁਪਨੇ ਵੀ ਇਹੋ ਜਿਹੇ ਆਣਗੇ ਯਾ ਮਰਡਰ ਕਰਦਾ ਫਿਰੂ ਬੰਦਾ, ਸੁਪਨੇ ਦੇ ਵਿੱਚ ਗੋਲੀਆਂ ਲੈ ਕੇ ਭੱਜਦਾ ਫਿਰੂਗਾ। ਸੋ ਸਾਰੀ ਰਾਤ ਸੁਪਨੇ ਉਦਾਂ ਦੇ ਡਿਸਟਰਬਿੰਗ ਆਉਣਗੇ, ਫਿਰ ਨੀਂਦ ਆਉਣੀ ਹੀ ਨਹੀਂ। ਹਾਂ, ਏਦਾਂ ਦਾ ਨਾ ਇੱਕ ਮੈਂ ਕਿੱਸਾ ਤੁਹਾਨੂੰ ਸੁਣਾਉਂਦੀ ਹੁਣ ਕਿ ਕਜ਼ਾਕਿਸਤਾਨ ਦੇ ਵਿੱਚ ਵੀ ਨਾ ਇੱਕ ਪਿੰਡ ਹੈ। ਕਜ਼ਾਕਿਸਤਾਨ ਦੇ ਵਿੱਚ ਇੱਕ ਪਿੰਡ ਹੈ, ਉਹਦਾ ਨਾਮ ਹੈ ਕਲਾਚੀ। ਸੋ ਕਜ਼ਾਕਿਸਤਾਨ ਔਰ ਕਰਾਚੀ ਨਾਮ ਬੜੇ ਅੱਛੇ ਹੈ ਨਾ। ਕਰਾਚੀ ਨਾ ਸਮਝ ਲਿਓ, ਪਾਕਿਸਤਾਨ ਦੇ ਵਿੱਚ ਹੈ ਉਹ। ਅੱਛਾ, ਆਪਾਂ ਕਜ਼ਾਕਿਸਤਾਨ ਦੀ ਗੱਲ ਕਰ ਰਹੇ ਹਾਂ। ਉਹਦੇ ਵਿੱਚ ਵੀ ਪਿੰਡ ਕਲਾਚੀ ਹੈ। ਉੱਥੇ ਦੇ ਲੋਕ ਮੈਂ ਸੁਣਿਆ ਕਿ ਚਲਦੇ ਫਿਰਦੇ, ਗੱਲਾਂ ਕਰਦੇ, ਉੱਠਦੇ ਬੈਠਦੇ ਏਦਾਂ ਹੀ ਸੋ ਜਾਂਦੇ ਨੇ। ਸੌ ਜਾਂਦੇ ਨੇ? ਮਤਲਬ ਜਿਵੇਂ ਹੁਣ ਆਪਾਂ ਦੋਵੇਂ ਸ਼ੋਅ ਕਰਦੇ ਪਏ ਹੋ ਤੇ ਆਪਾਂ ਸੋ ਗਏ, ਤੁਸੀਂ ਸੌਂ ਗਏ, ਇਹਦਾ ਮਤਲਬ ਤੁਸੀਂ ਕਜ਼ਾਕਿਸਤਾਨ ਦੇ ਕਲਾਚੀ ਸ਼ਹਿਰ ਤੋਂ ਆਏ ਹੋ? ਨਹੀਂ, ਏਦਾਂ ਤਾਂ ਬਿਲਕੁਲ ਨਹੀਂ। ਮਤਲਬ ਉਦੋਂ ਤਾਂ ਸਾਨੂੰ ਵੀ ਹਵਾਸੀ ਆ ਜਾਂਦੀਆਂ ਨੇ ਕਈਆਂ ਨੂੰ ਪ੍ਰੋਗਰਾਮ ਦੇ ਚੱਲਦੇ ਹੋਏ। ਮੈਨੂੰ ਨਹੀਂ ਆਦੀ, ਮੈਂ ਬਿਲਕੁਲ ਫਰੈਸ਼ ਰਹਿੰਦੀ ਹਾਂ। ਬਟ ਏਦਾਂ ਮੈਂ ਸੁਣਿਆ ਉਹਦੇ ਵਿੱਚ ਕਿ ਪਿੰਡ ਇਹੋ ਜਿਹਾ ਹੈ ਕਿ ਜਿੱਥੇ ਲੋਕ ਚਲਦੇ ਫਿਰਦੇ ਸੋ ਜਾਂਦੇ ਨੇ, ਸੈਰ ਸਪਾਟਾ ਕਰਦੇ ਸੋ ਜਾਂਦੇ ਨੇ। ਸੋ ਹਰ ਪਿੰਡਾਂ ਦੀ ਖਾਸੀਅਤ ਹੁੰਦੀ ਹੈ, ਹਰ ਵਿਸ਼ੇਸ਼ਤਾ ਹੁੰਦੀ ਹੈ। ਕੋਈ ਨਾ ਕੋਈ ਪਿੰਡ ਕਿਸੇ ਨਾ ਕਿਸੇ ਗੱਲ ਕਰਕੇ ਫੇਮਸ ਵੀ ਹੁੰਦਾ ਹੈ, ਤੇ ਕਜ਼ਾਕਿਸਤਾਨ ਦਾ ਇਹ ਵਾਲਾ ਪਿੰਡ ਇਸ ਗੱਲ ਕਰਕੇ ਫੇਮਸ ਹੈ। ਮੈਂ ਹੈਰਾਨ ਆ, ਜਿਹੜੇ ਉੱਥੇ ਡਾਕਟਰ ਹੋਣਗੇ ਆਪਰੇਸ਼ਨ ਕਰਦੇ ਕਰਦੇ ਸੌ ਜਾਣਗੇ। ਇਹ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ ਵੈਸੇ ਨਾ। ਬਿਲਕੁਲ, ਉੱਥੇ ਦੇ ਪ੍ਰਾਈਮ ਮਿਨਿਸਟਰ ਵੀ ਸੌ ਜਾਣਗੇ, ਉੱਥੋਂ ਦੇ ਰਾਸ਼ਟਰਪਤੀ ਵੀ ਸੌ ਜਾਣਗੇ, ਸ਼ਪਥ ਦਿੰਦੇ ਸੋ ਜਾਣ, ਸਾਰੇ ਸੁੱਤੇ ਗੋਲੀ ਚਲਾਉਂਦੇ ਅਗਰ ਕੋਈ ਸੋ ਜਾਏ। ਤੇ ਉਹ ਸੈਨਿਕ ਕੀ ਕਰਦੇ ਹੋਣਗੇ ਉੱਥੇ? ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਵੈਸੇ, ਐਗਜ਼ੈਕਟ ਉਹ ਨਹੀਂ ਪਤਾ ਕੀ ਰੀਜ਼ਨ ਹੈ ਕੀ ਨਹੀਂ ਰੀਜ਼ਨ। ਬਟ ਇਹ ਗੱਲ ਸੁਣਨ ਦੇ ਵਿੱਚ ਆਈ। ਇਹ ਤਾਂ ਆਪਾਂ ਨੀਂਦ ਦੀ ਗੱਲ ਕੀਤੀ ਤੇ ਮੈਨੂੰ ਵੀ ਯਾਦ ਆ ਗਿਆ ਕਿੱਸਾ। ਮੈਂ ਕਿਹਾ ਚਲੋ ਸ਼ੇਅਰ ਕਰਨਾ ਤਾਂ ਬੰਦਾ ਹੈ, ਹਮੇਸ਼ਾ ਅਸੀਂ ਸਿੱਧੀਆਂ ਗੱਲਾਂ ਦੇ ਵਿੱਚ ਇਹੋ ਜਿਹੀਆਂ ਸਿੱਧੀਆਂ ਗੱਲਾਂ ਕਰਦੇ ਹਾਂ। ਜੇ ਕਲਾਸ ਲੱਗੀ ਹੋਵੇ, ਟੀਚਰ ਸੋ ਗਿਆ,
ਕਦੇ ਸਟੂਡੈਂਟ ਸੋ ਗਿਆ, ਇਹਦਾ ਸ਼ੋਅ ਕਰਦੇ ਕਰਦੇ ਟੀਵੀ ਸ਼ੋਅ ਲਾਈਵ ਸ਼ੋਅ ਚੱਲ ਰਿਹਾ, ਕੋਈ ਸੋ ਗਿਆ, ਨਿਊਜ਼ ਦਿੰਦਾ ਦਿੰਦਾ ਸੋ ਗਿਆ। ਮਤਲਬ ਸਾਰੇ ਸੁੱਤੇ ਹੀ ਰਹਿੰਦੇ ਸ਼ਹਿਰ। ਪਿੰਡ ਹੀ ਹੈ, ਇੰਨਾ ਵੀ ਕੋਈ ਡਿਵੈਲਪ ਨਹੀਂ ਹੈ, ਉਹ ਜਸਟ ਛੋਟਾ ਜਿਹਾ ਪਿੰਡ ਹੈ। ਓਕੇ, ਹੁਣ ਇੰਨਾ ਵੀ ਤੁਸੀਂ ਤਾਂ ਜ਼ਿਆਦਾ ਹੀ ਅੱਗੇ ਚਲੇ ਗਏ ਕਿ ਮੈਂ ਜ਼ਿਆਦਾ ਅੱਗੇ ਚਲਾ ਗਿਆ। ਮੈਂ ਕਿਹਾ ਜੇ ਕੋਈ ਟੂਰਿਸਟ ਗਿਆ ਉੱਥੇ ਔਰ ਕਾਰ ਦੇ ਵਿੱਚ ਬੈਠਾ ਹੈ, ਜਿਹੜਾ ਕਾਰ ਚਲਾਉਂਦਾ ਡਰਾਈਵਰ ਸੌ ਗਿਆ, ਉਹਦਾ ਕੀ ਬਣੂ ਜਿਹੜਾ ਪਿੱਛੇ ਪਤਾ ਨਹੀਂ ਕੀ ਕਾਰਨ ਹੈ ਵਜ੍ਹਾ ਇਹਨਾਂ ਦੀ, ਹੁਣ ਉਹੀ ਜਾਣਨ ਕਿਉਂ ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਸ਼ਾਇਦ ਕੁਝ ਖਾ ਲੈਂਦੇ ਹੋਣੇ, ਜਿੱਦਾਂ ਆਪਣੇ ਪੰਜਾਬੀ ਆ ਪਰੌਂਠੇ ਖਾਣ ਤੋਂ ਬਾਅਦ ਸੋ ਜਾਂਦੇ ਨੇ। ਇਹ ਤਾਂ ਫੈਕਟ ਹੀ ਹੈ ਨਾ ਕਿ ਪਰੌਂਠੇ ਖਾਣ ਤੋਂ ਬਾਅਦ ਨੀਂਦ ਆਏਗੀ ਅਗਰ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਤਾਂ। ਬਿਲਕੁਲ ਜੀ। ਇੱਕ ਵਾਰੀ ਨਾ ਅਸੀਂ ਕੀ ਸੀ ਫੂਡੀ ਸ਼ੋਅ ਦੇ ਵਾਸਤੇ ਨਾ ਗਏ ਹੋਏ ਸੀ ਅੰਮ੍ਰਿਤਸਰ। ਉੱਥੇ ਪੇੜਿਆਂ ਵਾਲੀ ਲੱਸੀ ਹੁੰਦੀ ਹੈ। ਪੇੜਿਆਂ ਵਾਲੀ ਲੱਸੀ ਪੀ ਕੇ ਬੰਦਾ ਇੰਨਾ ਸੁਸਤ ਹੋ ਜਾਂਦਾ ਕਿਉਂਕਿ ਏਡੇ ਵੱਡੇ ਪੇੜੇ, ਮੱਖਣ, ਮਲਾਈ, ਪਤਾ ਨਹੀਂ ਕੀ ਕੁਝ ਪਾ ਕੇ ਰੜਕ ਕੇ ਪਿਲਾ ਦਿੰਦੇ ਨੇ। ਉਹ ਫਿਰ ਖੁਮਾਰੀ ਚੜ੍ਹਦੀ, ਬੰਦਾ ਸੌਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ। ਸ਼ੂਟਿੰਗ ਕੈਂਸਲ ਹੋ ਗਈ। ਅਗਲੇ ਦਿਨ ਫਿਰ ਕਹਿੰਦੇ ਸਰ ਲੈ ਕੇ ਆਈਏ ਪੇੜਿਆਂ ਵਾਲੀ ਲੱਸੀ। ਮੈਂ ਕਿਹਾ ਬਸ ਕਰੋ, ਬਹੁਤ ਖਰਚਾ ਪੈ ਰਿਹਾ ਸ਼ੂਟਿੰਗ ਦਾ, ਇੱਕ ਦਿਨ ਪੂਰਾ ਵੇਸਟ ਹੋ ਗਿਆ, ਯੂਨਿਟ ਦਾ ਖਰਚਾ ਪੈ ਰਿਹਾ। ਆਪਾਂ ਹੁਣ ਸ਼ੂਟ ਕਰਦੇ ਆ, ਜਦੋਂ ਜਾਣ ਲੱਗਾਂਗੇ ਉਦੋਂ ਪੀਆਂਗੇ। ਤੇ ਖਾਣ ਪੀਣ ਦਾ ਕਿੰਨਾ ਅਸਰ ਪੈਂਦਾ ਹੈ ਨਾ, ਖਾਣ ਪੀਣ ਦਾ ਅਸਰ ਪੈਂਦਾ, ਹੈਵੀ ਡੋਜ਼, ਹੈਵੀ ਡਾਈਟ, ਉਹਦਾ ਅਸਰ ਪਏਗਾ। ਦੇਖੋ ਜੇ ਤਾਂ ਤੁਸੀਂ ਖੇਤਾਂ 'ਚ ਕੰਮ ਕਰਨ ਜਾਣਾ, ਬੜਾ ਹੈਵੀ ਕੰਮ ਕਰਨਾ, ਤਾਂ ਤੁਸੀਂ ਉਦਾਂ ਦੀ ਡਾਈਟ ਲਵੋ। ਆਫਿਸ 'ਚ ਬੈ ਕੇ ਕੰਮ ਕਰਨਾ ਤੇ 5-6 ਪਰੌਂਠੇ ਖਿੱਚ ਲਏ ਤੇ ਫਿਰ ਮੁਸ਼ਕਿਲ ਹੋ ਜਾਂਦਾ। ਆਫਿਸ ਦੇ ਵਿੱਚ ਫਿਰ ਤਾਂ ਲੈਪਟਾਪ ਦੇ ਅੱਗੇ, ਕੰਪਿਊਟਰ ਦੇ ਅੱਗੇ ਆਪਾਂ ਕੰਮ ਕਰਦੇ ਹੋਈਏ, ਉਹ ਜਿਹੜੇ ਅੱਖਾਂ ਦੇ ਝਟਕੇ ਲੱਗਦੇ ਨਾ ਨੀਂਦ ਦੇ, ਫਟਾਫਟ 1 2 3। ਤਾਂ ਹੀ ਆਹੀ ਤਾਂ ਵਜ੍ਹਾ ਹੈ ਕਿ ਕਾਲਜ ਹੋ ਗਿਆ ਜਾਂ ਆਫਿਸ ਵਗੈਰਾ ਤੇ ਖਾਸ ਤੌਰ ਕਰਕੇ ਕਿ ਉੱਥੇ ਚਾਹ ਬਾਰ-ਬਾਰ ਆ ਜਾਂਦੀ ਹੈ। 10-10 15-15 ਮਿੰਟ ਬਾਅਦ ਚਾਹ ਬੁਲਾਈ ਜਾਂਦੀ ਹੈ। ਘੰਟੇ ਬਾਅਦ ਲੋਕ ਚਾਹ ਪੀਂਦੇ ਨੇ, ਸਵੇਰੇ ਸ਼ਾਮ ਚਾਹ ਪੀਂਦੇ ਰਹਿੰਦੇ ਆ। ਇਹਦਾ ਪਤਾ ਕੀ ਇਲਾਜ ਹੈ? ਕਹਿੰਦੇ ਨੇ ਕਿ 3-3 ਘੰਟੇ ਬਾਅਦ ਥੋੜਾ ਖਾਂਦੇ ਰਹੋ, ਉਹ ਜ਼ਰੂਰੀ ਹੈ। ਜੇ ਤੁਸੀਂ ਇੱਕ ਵਾਰੀ ਪੇਟ ਭਰ ਕੇ ਖਾਓਗੇ, ਢਿੱਡ ਭਰ ਕੇ ਖਾ ਲਿਆ, ਉਸ ਤੋਂ ਬਾਅਦ ਨੀਂਦ ਆਊਗੀ। ਕਈਆਂ ਨੂੰ ਆਦਤ ਹੁੰਦੀ ਦੁਪਹਿਰੇ ਖਾਣਾ ਨਹੀਂ ਖਾਂਦੇ, ਸਵੇਰੇ ਰੱਜ ਕੇ ਬ੍ਰੇਕਫਾਸਟ ਕਰਨਗੇ। ਮੰਨ ਲਓ 2 ਪਰੌਂਠੇ ਖਾਣੇ ਨੇ, ਇੱਕ ਹੋਰ ਖਾ ਲੈਣਗੇ। ਉਹ ਸ਼ਾਮ ਨੂੰ ਖਾਣੀ ਹੈ ਨਾ, ਮਾਵਾਂ ਵੀ ਕਹਿਣਗੇ ਇੱਕ ਹੋਰ ਖਾ ਲੈ। ਹਾਂ, ਇੱਕ ਹੋਰ ਖਾ ਲੈ। ਤੇ ਉਸ ਤੋਂ ਮਾਵਾਂ ਦਾ ਬਾਅਦ ਪਿਆਰ ਇੱਕ ਤਾਂ ਬਹੁਤ ਹੈ ਨਾ, ਉਹ ਸਾਰਾ ਪਿਆਰ ਢਿੱਡ ਤੇ ਹੀ ਲੈਂਦਾ। ਹੋਰ ਕੀ, ਫਿਰ ਅੱਧਾ ਪਰੌਂਠਾ ਹੋਰ ਖਾ ਲੈ, 3:30 ਹੋ ਗਏ, ਹੁਣ ਅੱਧਾ ਕਿਉਂ ਛੱਡਣਾ, ਇਹ ਵੀ ਖਾ ਲੈ, ਸ਼ਾਮ ਨੂੰ ਖਾਣੀ ਹੈ। ਜਦੋਂ ਸ਼ਾਮ ਨੂੰ ਆਇਆ, ਸਵੇਰੇ 4 ਪਰੌਂਠੇ ਖਾਦੇ ਹੋਏ ਨੇ, ਸ਼ਾਮ ਨੂੰ ਆਇਆ ਫਿਰ 3 ਪਰੌਂਠੇ, ਇੱਕ ਹੋਰ ਖਾ ਲੈਣਾ, ਸਵੇਰ ਦੀ ਖਾਦੀ ਹੋਈ ਹੈ, ਉਹ ਸ਼ਾਮ ਨੂੰ ਖਾਣੀ ਹੈ, ਉਹ ਸਵੇਰ ਦੀ ਖਾਦੀ ਹੋਈ, ਉਹ ਡਾਈਟ ਓਵਰ ਹੋ ਜਾਂਦੀ। 3-3 ਘੰਟੇ ਬਾਅਦ ਥੋੜਾ ਖਾਂਦੇ ਰਹੋ। ਹੁਣ ਮਾਵਾਂ ਦੇ ਪਿਆਰ ਨੂੰ ਵੀ ਮਨਾ ਨਹੀਂ ਕੀਤਾ ਜਾਂਦਾ ਨਾ। ਆਪਾਂ ਕਿਤੇ ਦੂਰੋਂ ਆਈਏ ਕਾਫੀ ਦਿਨਾਂ ਬਾਅਦ ਤੇ ਮੰਮੀਆਂ ਸਪੈਸ਼ਲ ਫੋਨ ਕਰਕੇ ਪੁੱਛਦੀਆਂ ਅੱਜ ਤੇਰੇ ਲਈ ਸਪੈਸ਼ਲ ਕੀ ਬਣਾਇਆ ਜਾਏ, ਤੇਰੀ ਫੇਵਰੇਟ ਸਬਜ਼ੀ ਬਣਾਈ ਜਾਏ। ਅਗਰ ਘਰ ਆ ਕੇ ਦੇਖੋ ਤਾਂ ਇੰਨਾ ਕੁਝ ਬਣਾਇਆ ਹੁੰਦਾ। ਹੁਣ ਬੰਦਾ ਕਈ ਵਾਰ ਬਾਹਰੋਂ ਕੁਝ ਖਾ ਜਾਂਦਾ ਥੋੜਾ ਬਹੁਤ, ਤਾਂ ਪੰਗਾ, ਕਿਉਂਕਿ ਘਰ ਆ ਕੇ ਮੰਮੀ ਦੀ ਆਦੀ ਖਾਣੀ ਪਏਗੀ। ਔਰ ਮੰਮੀ ਦੀ ਆਦੀ ਜੇ ਥੋੜੀ ਜੀ 2 ਬੁਰਕੀਆਂ ਖਾਧੀਆਂ, ਉਹਦੇ ਨਾਲ ਸਰਨਾ ਨਹੀਂ। ਮੰਮੀ ਨੂੰ ਉਹੀ ਜ਼ਬਰਦਸਤੀ ਖਿਲਾ ਕੇ ਠੋਕ ਕੇ ਖਾ ਬਸ ਖਾ ਲੈ ਪੇਟ ਭਰ ਕੇ। ਬੜੇ ਕਿਸਮਤ ਵਾਲੇ ਲੋਕ ਨੇ ਜਿਨ੍ਹਾਂ ਨੂੰ ਮਾਂ ਦੇ ਹੱਥ ਦਾ ਖਾਣਾ ਮਿਲਦਾ, ਜਿਹਨੂੰ ਮਾਂ ਬਣਾ ਕੇ ਖਵਾਉਂਦੀ ਹੈ ਨਾ, ਆਪਣੇ ਹੱਥ ਨਾਲ ਮੂੰਹ 'ਚ ਗਰਾਹੀਆਂ ਦਿੰਦੀ ਹੈ, ਉਹ ਬਹੁਤ ਕਿਸਮਤ ਵਾਲੇ ਲੋਕ ਨੇ। ਆ ਜਿਹੜੇ ਬਾਹਰ ਗਏ ਨੇ ਨਾ, ਪੰਜਾਬ ਛੱਡ ਕੇ, ਮਾਂ ਪਿਓ ਨੂੰ ਛੱਡ ਕੇ, ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਬਾਹਰ ਜਾ ਕੇ ਮਾਂ ਯਾਦ ਆ ਰਹੀ ਹੈ। ਹਾਂ, ਮਾਂ ਦੀਆਂ ਪੱਕੀਆਂ ਯਾਦ ਆਉਂਦੀਆਂ, ਮਾਂ ਦੇ ਪਰੌਂਠੇ ਯਾਦ ਆਉਂਦੇ ਨੇ। ਅੱਛਾ, ਮਾਵਾਂ ਉੱਥੇ ਵੀ ਕਿੰਨਾ ਸਾਥ ਦਿੰਦੀਆਂ ਕਿ ਬਾਹਰ ਨੌਜਵਾਨ ਹੈ, ਵੀਡੀਓ ਕਾਲਾਂ ਤੇ ਉਹਨਾਂ ਨੂੰ ਸਾਰੀ ਸਬਜ਼ੀ ਬਣਾਉਣਾ ਸਿਖਾਉਂਦੀਆਂ, ਨਹੀਂ ਪੁੱਤ ਏਦਾਂ ਬਣਾਉਣੀ ਹੈ, ਨਹੀਂ ਫੁਲਕਾ ਏਦਾਂ ਕਰਨਾ ਹੈ। ਚਾਹੇ ਮਾਵਾਂ ਤਾਂ ਦੂਰ ਨੇ, ਮਾਵਾਂ ਚਲੋ ਅਟੈਚ ਹੀ ਰਹਿੰਦੀਆਂ ਨੇ, ਪਰ ਮਾਵਾਂ ਉੱਥੇ ਰਹਿੰਦੇ ਹੋਏ ਬੱਚਿਆਂ ਨੂੰ ਪੂਰੇ ਤਰੀਕੇ ਨਾਲ ਸਿਖਾ ਰਹੀਆਂ ਨੇ ਤਾਂ ਕਿ ਸਾਡੇ ਬੱਚੇ ਨੂੰ ਨਾ ਖਾਣਾ ਅੱਛਾ ਮਿਲ ਸਕੇ ਕਿਸੇ ਬਹੁਤ ਤਰੀਕੇ ਨਾਲ। ਵਧੀਆ। ਮੈਨੂੰ ਚੇਤਾ, ਮੈਂ ਨਿੱਕਾ ਜਿਹਾ ਸੀ ਜਦੋਂ, ਤੇ ਮਾਤਾ ਜੀ ਨੇ ਮੇਰੀ ਨੇ ਮਧਾਣੀ ਰੜਕਣੀ, ਮੱਖਣ ਕੱਢਣਾ ਤੇ ਕੱਢ ਕੇ ਪਾ ਲੈਣਾ ਪਤੀਲੇ 'ਚ, ਤੇ ਜਿਹੜੀ ਸਾਰੀ ਮਧਾਣੀ ਹੋਣੀ ਉਹ ਮੈਂ ਚੱਟਣੀ। ਮੈਨੂੰ ਆਵਾਜ਼ ਮਾਰਨੀ, ਆ ਜਾ, ਤੇ ਮੈਂ ਆ ਕੇ ਮਾਂ ਦੀ ਗੋਦੀ 'ਚ ਬਹਿ ਕੇ ਸਾਰੀ ਮਧਾਣੀ ਚੱਟਦਾ ਹੁੰਦਾ ਸੀ। ਮੈਨੂੰ ਹਜੇ ਵੀ ਚੇਤਾ, ਕਿਉਂਕਿ ਬਚਪਨ ਦੀਆਂ ਯਾਦਾਂ। ਅੱਜ ਕੱਲ ਉਹ ਚੀਜ਼ਾਂ ਨਹੀਂ ਵੇਖਣ ਨੂੰ ਮਿਲਦੀਆਂ, ਬਟ ਮਾਂ ਦੇ ਹੱਥ ਦੀ ਬਣੀ ਹੋਈ ਕੋਈ ਵੀ ਚੀਜ਼, ਕੋਈ ਵੀ ਪਕਵਾਨ, ਉਹ ਸਧਾਰਨ ਜੀ ਖਿਚੜੀ ਵੀ ਬਣਾ ਦੋਗੀ ਨਾ, ਇਹ ਕਮਾਲ ਹੈ, ਕੀ ਬਾਤ ਹੈ, ਉਹਦੇ 'ਚ ਘਿਓ ਪਾ ਕੇ ਦਿਓਗੀ। ਸਹੀ ਗੱਲ। ਸੋ ਉਹ ਮਾਂ ਦੀ ਗੋਦੀ ਦੇ ਵਿੱਚ ਵੀ ਬਹੁਤ ਸੋਹਣੀ ਨੀਂਦ ਆਉਂਦੀ ਹੈ। ਨੀਂਦ ਦੀ ਆਪਾਂ ਗੱਲ ਕਰ ਰਹੇ ਸੀ ਨਾ, ਤੇ ਮੈਨੂੰ ਵੀ ਹੁਣ ਬੜੀ ਏਦਾਂ ਲੱਗ ਰਿਹਾ ਕਿ ਮੈਂ ਵੀ ਫਟਾਫਟ ਜਾ ਕੇ ਨਾ ਪ੍ਰੋਗਰਾਮ ਤੋਂ ਬਾਅਦ ਮੰਮੀ ਦੀ ਗੋਦੀ 'ਚ ਨੀਂਦ ਲੈ ਲਵਾਂ ਇੱਕ ਅੱਜ। ਆਉਂਦੀ ਉਹ ਨੀਂਦ, ਆਉਂਦਾ ਹੀ ਸਕੂਨ ਮਾਂ ਦੀ ਗੋਦੀ 'ਚ। ਇਹ ਤਾਂ ਹੈ। ਮੈਨੂੰ ਕਈ ਵਾਰ ਯਾਦ ਆਉਂਦਾ ਹੈ, ਹੁਣ ਅੱਜ ਕੱਲ ਵੀ ਮਾਂ ਕਈ ਵਾਰ ਛਾਤੀ ਨਾਲ ਲਾਉਂਦੀ ਹੈ ਨਾ, ਠੰਡ ਪੈ ਗਈ, ਚੈਨ ਆ ਗਿਆ। अब बाहरों मार्केट तो आए हाँ, सब नाल गल्लां बातां करके, बिजनेस डील करके, बिजनेस ਦੀਆਂ ਗੱਲਾਂ ਕਰਕੇ ਘਰ ਆ ਕੇ ਮਾਂ ਦੀ ਛਾਤੀ ਨਾਲ ਲੱਗਿਆ, ਚੈਨ ਆ ਗਿਆ, ਸ਼ਾਂਤੀ ਮਿਲ ਗਈ, ਸਾਰਾ ਬੋਝ ਲੈ ਗਿਆ। ਸੋ ਇਹ ਮਾਵਾਂ ਠੰਡੀਆਂ ਛਾਵਾਂ ਐਵੇਂ ਥੋੜਾ ਕਿਹਾ ਜਾਂਦਾ ਕਿ ਜਿੱਥੇ ਰੱਬ ਆਪ ਨਹੀਂ ਪਹੁੰਚਦਾ ਉੱਥੇ ਮਾਂ ਨੂੰ ਉਹਨੇ ਭੇਜਿਆ ਹੋਇਆ। ਮਾਂ ਜਿਹੜੀ ਹੈ ਉਹ ਰੱਬ ਦਾ ਹੀ ਰੂਪ ਹੈ। ਸੋ ਇਹ ਬਹੁਤ ਵਧੀਆ ਗੱਲਾਂ ਨੇ। ਅੱਛਾ, ਉਹ ਤੁਸੀਂ ਉਹ ਗੱਲ ਕੀਤੀ ਸੀ ਸੌਣ ਦੀ, ਕਿ ਉਹ ਸੌਂ ਜਾਂਦੇ ਨੇ, ਤੁਰਦੇ ਫਿਰਦੇ ਜਾਂਦੇ ਸੌਂ ਜਾਂਦੇ ਨੇ, ਖਾਂਦੇ ਪੀਂਦੇ ਸੌਂ ਜਾਂਦੇ ਨੇ, ਬੈਠੇ ਬੈਠੇ ਸੌਂ ਜਾਂਦੇ ਨੇ। ਕਈ ਵਾਰ ਤੁਸੀਂ ਕਹਿੰਦੇ ਉਬਾਸੀਆਂ ਵੀ ਆਉਂਦੀਆਂ, ਉਹ ਤੁਸੀਂ ਉਬਾਸੀ ਲੈਂਦੇ ਲੈਂਦੇ ਕਦੀ ਬੋਲੇ ਹੋ?
ਕਈ ਵਾਰ ਕਈ ਬੰਦੇ ਉਪਾਸੀ ਵੀ ਲਈ ਜਾਣਗੇ ਨਾਲ ਗੱਲ ਵੀ ਕਰੀ ਜਾਣਗੇ, ਅੱਧੀ ਗੱਲ ਸਮਝ ਨਹੀਂ ਆਉਂਦੀ। ਸ਼ਾਇਦ ਮੈਂ ਵੀ ਕਦੀ ਯਾਦ ਨਹੀਂ, ਤੁਸੀਂ ਅੱਜ ਗੱਲ ਕਹੀ ਹੈ ਤੇ ਮੈਨੂੰ ਯਾਦ ਕਰਨ ਦੀ ਕੋਸ਼ਿਸ਼ ਕਰੀ ਕਿ ਇਦਾਂ ਕਦੀ ਹੋਇਆ, ਮੈਂ ਅੱਗੇ ਟਰਾਈ ਕਰੂੰਗੀ ਵਾਸੀ ਲੈਂਦੇ ਹੋਏ ਬੋਲਦੇ ਹੋਏ ਦੀ। ਹਾਂ ਕਈ ਵਾਰ ਕੋਈ ਗਾਣਾ ਗਾਉਂਦਾ ਹੁੰਦਾ ਨਾਲ ਉਪਾਸੀ ਆ ਜਾਂਦੀ ਹੈ, ਇਹ ਕਹਿੰਦਾ ਇਹ ਕਿਹੜਾ ਸੁਰ ਲਾਤਾ। ਅੱਛਾ ਮੈਨੂੰ ਵੀ ਯਾਦ ਹੈ ਨੀਂਦ ਤੋਂ ਕਿ ਨੀਂਦ ਪੂਰੀ ਕਰਨਾ ਬਹੁਤ ਜ਼ਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਨਾ। ਕਈ ਲੋਕ ਬਿਨਾਂ ਸੁੱਤੇ ਬਹੁਤ ਕੰਟੀਨਿਊਸ ਜਾਗਦੇ ਰਹਿੰਦੇ ਆ ਔਰ ਕੰਮ ਕਰਦੇ ਰਹਿੰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹਦਾ ਹਰਜਾਨਾ ਭੁਗਤਣਾ ਪੈਂਦਾ ਜਦੋਂ ਉਹਨਾਂ ਦੀ ਹੈਲਥ ਤੇ ਅਸਰ ਪੈਂਦਾ। ਮੈਂ ਤਾਂ ਸਿਰਫ ਇੱਕ ਵਾਰੀ ਨੀਂਦ ਮਿਸ ਕੀਤੀ ਸੀ, ਉਹ ਵੀ ਅਗਲੇ ਦਿਨ ਐਗਜ਼ਾਮ ਸੀਗਾ ਔਰ ਮੈਂ ਕਿਤੋਂ ਟਰੈਵਲ ਹੀ ਕਰਕੇ ਆ ਰਹੀ ਸੀ। ਆਈ ਥਿੰਕ ਟਰੈਵਲ ਕਰਕੇ ਮੈਂ ਜ਼ਿਆਦਾ ਥੱਕ ਗਈ ਸੀ ਔਰ ਮੈਨੂੰ ਪਤਾ ਮੈਂ ਉਹ ਐਗਜ਼ਾਮ ਕਿੰਨੀ ਮੁਸ਼ਕਿਲ ਦਿੱਤਾ ਕਿ ਇੱਕ ਆਨਸਰ ਲਿਖਾ ਅੱਖਾਂ ਬੰਦ, ਇੱਕ ਲਾਈਨ ਲਿਖਾ ਫੇਰ ਅੱਖਾਂ ਬੰਦ, ਦੂਜੇ ਪਾਸੇ ਪਹੁੰਚਾ ਫੇਰ ਅੱਖਾਂ ਬੰਦ। ਔਰ ਉਹ ਐਗਜ਼ਾਮ ਦੇਣਾ ਮੇਰੇ ਲਈ ਇਦਾਂ ਸੀ ਜਿੱਦਾਂ ਕਿਸੇ ਨੇ ਮੈਨੂੰ ਨੀਂਦ ਦੀਆਂ ਰੱਜ ਕੇ ਗੋਲੀਆਂ ਦਿੱਤੀਆਂ ਹੋਈਆਂ ਔਰ ਮੇਰੇ ਲਈ ਉਹ ਐਗਜ਼ਾਮ ਦੇਣਾ ਮੁਸ਼ਕਿਲ ਹੋ ਗਿਆ ਸੀ। ਬਸ ਮੇਰਾ ਉਹ ਇਨਸੀਡੈਂਟ ਮੈਨੂੰ ਅੱਜ ਤੱਕ ਨਹੀਂ ਭੁੱਲਦਾ। ਮੈਂ ਫਟਾਫਟ ਦੇ ਕੇ ਬਾਹਰ ਨਿਕਲ ਆਈ और मैं शुक्र है पास हो गई। शुक्र है मिठाई तक खवाई पास हो गई। चलो कोई नहीं पास हो गई। वो पुरानी गल है। अच्छा बहुत पुरानी गल है ते ਅੱਜ ਸੁਣਾ ਰਹੇ ਹੋ ਨਾਲ ਲੈ ਆਉਣੀ ਸੀ ਨਾ। ਨੀਂਦ ਦੀ ਗੱਲਾਂ ਚਲੀ ਆ, ਮੈਂ ਕਿਹਾ ਚਲੋ ਨੀਂਦ ਦੀ ਗੱਲ ਕਿੱਸਾ ਸੁਣਾਦਾ। ਪਤਾ ਕੀ ਹੁੰਦਾ, ਸਾਡੇ ਦੋ ਬ੍ਰੇਨ ਨੇ, ਲੈਫਟ ਰਾਈਟ। ਜਦੋਂ ਅਸੀਂ ਪੜ੍ਹਦੇ ਆ ਉਦੋਂ ਇੱਕ ਬ੍ਰੇਨ ਜਿਹੜਾ ਸਾਰੀ ਚੀਜ਼ ਪਿਕ ਅਪ ਕਰਦਾ, ਤੇ ਜਦੋਂ ਅਸੀਂ ਸੌਂ ਜਾਂਦੇ ਆ ਤੇ ਉਹ ਸ਼ਿਫਟ ਹੋ ਜਾਂਦੀ ਹੈ ਦੂਜੀ ਸਾਈਡ ਦੇ ਉੱਤੇ। ਜਿੰਨੀ ਅਸੀਂ ਪੜ੍ਹੀ ਲਿਖੀ ਸਾਰੀ ਚੀਜ਼ ਉਹ ਸਾਡੀ ਮੈਮਰੀ 'ਚ ਜਾਂਦੀ ਆ ਔਰ ਉਹ ਚੀਜ਼ ਫਿਰ ਜਦੋਂ ਆਪਾਂ ਐਗਜ਼ਾਮ ਦਿੰਦੇ ਆ ਉਦੋਂ ਉਹ ਲਿਖ ਸਕਦੇ ਆ। ਪਰ ਜੇ ਅਸੀਂ ਨਹੀਂ ਸੋਵਾਂਗੇ ਤਾਂ ਜੋ ਪੜ੍ਹਿਆ ਲਿਖਿਆ ਨਾ ਉਹ ਯਾਦ ਨਹੀਂ ਰਹੇਗਾ, ਭੁੱਲ ਜਾਵਾਂਗੇ। ਕਿਉਂਕਿ ਸੋਵਾਂਗੇ ਤੇ ਉਹ ਸ਼ਿਫਟ ਹੋਏਗਾ ਨਾ ਮੈਮਰੀ ਦੇ ਵਿੱਚ। ਜਦੋਂ ਤੱਕ ਉਹ ਮੈਮਰੀ 'ਚ ਸ਼ਿਫਟ ਨਹੀਂ ਹੋਏਗਾ ਉਦੋਂ ਤੱਕ ਅਸੀਂ ਦੁਬਾਰਾ ਯਾਦ ਕਰਕੇ ਉਹਨੂੰ ਨਹੀਂ ਲਿਖ ਸਕਦੇ। ਇਸ ਕਰਕੇ ਪੜ੍ਹਨ ਤੋਂ ਬਾਅਦ ਸੌਣਾ ਜ਼ਰੂਰੀ ਹੈ ਤਾਂ ਕਿ ਉਹ ਸਾਇੰਟੀਫਿਕ ਜਿਹੜਾ ਪ੍ਰੋਸੈਸ ਹੈ ਕੁਦਰਤੀ ਉਹ ਪੂਰਾ ਹੋਵੇ, ਮੈਮਰੀ ਦੇ ਵਿੱਚ ਉਹ ਸ਼ਿਫਟ ਹੋਵੇ ਸਾਰਾ ਪੜ੍ਹਿਆ ਹੋਇਆ। ਦੈਟ ਇਜ਼ ਵਾਈ ਤੁਹਾਨੂੰ ਐਗਜ਼ਾਮ ਦੇ ਵਿੱਚ ਦਿੱਕਤ ਆ ਰਹੀ ਸੀ, ਕਿਉਂਕਿ ਤੁਸੀਂ ਸੁੱਤੇ ਨਹੀਂ, ਉਹ ਮੈਮਰੀ ਚੋਂ ਟ੍ਰਾਂਸਫਰ ਹੋਇਆ ਨਹੀਂ। ਇਸ ਕਰਕੇ ਫਿਰ ਬਾਰ-ਬਾਰ ਪੂਰਾ ਜ਼ੋਰ ਲਗਾ ਕੇ ਤੁਹਾਨੂੰ ਯਾਦ ਕਰਨਾ ਪੈਂਦਾ ਸੀ ਤਾਂ ਤੁਸੀਂ ਆਨਸਰ ਲਿਖਦੇ ਸੀ। ਦੈਟ ਇਜ਼ ਵਾਈ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਦੇਖੋ ਸਵੇਰੇ ਤੁਸੀਂ ਡਰਾਈਵ ਕਰਕੇ ਜਾਣਾ ਔਰ ਟ੍ਰੈਫਿਕ ਆ ਕਿੰਨਾ ਰਿਸਕੀ ਹੈ, ਬਾਈਕ ਚਲਾਉਂਦੇ ਹੋ, ਗੱਡੀ ਚਲਾਉਂਦੇ ਹੋ, ਜੇ ਕਿਤੇ ਨੀਂਦ ਆ ਗਈ ਚਲਾਉਂਦੇ ਚਲਾਉਂਦੇ ਝੋਕ ਲੱਗ ਗਈ ਤੇ ਅੱਗੋਂ ਕੁਝ ਵੀ ਹੋ ਸਕਦਾ। ਇਸ ਕਰਕੇ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਬਿਲਕੁਲ ਠੀਕ ਹੈ ਤੁਹਾਡੀ ਗੱਲ, ਸਾਡੀ ਸਿਹਤ ਤੇ, ਸਾਡੇ ਦਿਮਾਗ ਦੇ, ਤੁਹਾਡੀ ਹਰ ਐਕਟੀਵਿਟੀ ਤੇ, ਸਾਡੀ ਕ੍ਰੀਏਟੀਵਿਟੀ ਤੇ, ਲਾਈਫ ਸਟਾਈਲ ਤੇ, ਸਾਡੀ ਜੀਉਣ ਦੀ ਜੋ ਸ਼ੈਲੀ ਹੈ ਉਹਦੇ ਉੱਤੇ ਅਸਰ ਪੈਂਦਾ। ਜੇ ਅਸੀਂ ਪੂਰੀ ਨੀਂਦ ਨਹੀਂ ਨਾ ਲੈਂਦੇ ਸਭ ਗੜਬੜ ਹੋ ਜਾਂਦੀ ਹੈ। ਐਗਜ਼ਾਮ ਦੇ ਵਿੱਚ ਅਸੀਂ ਨਾ ਤਰ੍ਹਾਂ ਦੇ ਪੈਨ ਲੈ ਕੇ ਜਾਂਦੇ ਆ। ਸ਼ੌਕ ਹੁੰਦਾ ਬਚਪਨ ਤੋਂ, ਸ਼ੌਕ ਹੁੰਦਾ ਕਈਆਂ ਨੂੰ ਬੜਾ ਨਾ, ਅਲੱਗ-ਅਲੱਗ ਤਰ੍ਹਾਂ ਦੇ ਪੈਨ ਲੈ ਕੇ ਜਾਣੇ। ਕਈ ਤਾਂ ਕਾਲੇ ਰੰਗ ਦਾ ਵੱਖਰਾ, ਨੀਲਾ ਵੱਖਰਾ, ਪੈਨਸਲ ਵਾਲੀ ਲਾਈਨ ਲਾਉਣ ਵਾਸਤੇ ਵੱਖਰਾ, ਮਤਲਬ ਅਲੱਗ ਲਾਲ ਵੀ ਹੁੰਦਾ ਹੈ। ਲਾਲ ਵੀ ਹੁੰਦਾ ਪਰ ਲਾਲ ਅਲਾਉਡ ਨਹੀਂ ਹੁੰਦਾ ਨਾ ਉਹਦੇ ਵਿੱਚ। ਅੰਡਰਲਾਈਨ ਵਾਸਤੇ ਹੋ ਜਾਂਦਾ ਹਾਂ ਅੰਡਰਲਾਈਨ ਵਾਸਤੇ। ਜੇ ਤਾਂ ਡੈਕੋਰੇਸ਼ਨ ਵਾਸਤੇ ਕਿਹਾ ਹੋਵੇ ਤਾਂ ਫਿਰ ਤਾਂ ਕੁੜੀਆਂ ਤਾਂ ਬਹੁਤ ਹੀ ਰੰਗ ਬਰੰਗੇ ਪੈਨ ਲੈ ਕੇ ਜਾਂਦੀਆਂ ਨੇ। ਪਿੰਕ ਗ੍ਰੀਨ ਕੁਝ ਵੀ। ਪ੍ਰੈਕਟੀਕਲ ਫਾਈਲ ਦੇ ਵਿੱਚ ਵੀ ਅਸੀਂ ਰੰਗ ਬਰੰਗੇ ਪੈਨ ਯੂਜ਼ ਕਰੀਦੇ ਆ ਨਾ। ਸ਼ੌਕ ਹੁੰਦਾ ਇਹਨਾਂ ਦਾ ਬੜਾ ਸ਼ੌਕ ਹੁੰਦਾ ਬਹੁਤ ਹੁੰਦਾ ਨਾ ਕਈਆਂ ਨੂੰ। ਐਗਜ਼ਾਮ ਕਈ ਤਾਂ ਇਦਾਂ ਦੇ ਐਗਜ਼ਾਮ ਦੇ ਵਿੱਚ ਸਿਰਫ 2 ਪੈਨ ਲੈ ਕੇ ਆਉਂਦੇ ਆ ਤੇ ਇੱਕ ਪੈਨ ਲੈ ਕੇ ਆਉਣ ਵਾਲੇ ਵੀ ਹੁੰਦੇ ਆ ਜਿਹਨੂੰ ਨਾ ਨਹੀਂ ਪਤਾ ਹੁੰਦਾ ਪੈਨ ਚੱਲਦਾ ਵੀ ਪਿਆ ਕਿ ਨਹੀਂ ਚੱਲਦਾ ਪਿਆ। ਜਿਹੜੇ ਬਾਕੀਆਂ ਨੂੰ ਬਾਅਦ ਚ ਮੰਗਦੇ ਪੈਨ ਹੈਗਾ ਐਕਸਟਰਾ ਲੈਣ ਹੈਗਾ ਕਿ ਨਹੀਂ। ਕਈ ਤਾਂ ਪੂਰੀ ਕਿੱਟ ਭਰ ਕੇ ਲੈ ਕੇ ਆਉਂਦੇ ਆ। ਸ਼ੌਕ ਹੁੰਦੇ ਆਪਣੇ ਆਪਣੇ। ਪੈਨ, ਘੜੀ ਤੇ ਬਟੂਆ ਇਹ ਬੜੇ ਟਿਪ ਟੌਪ ਰੱਖਦੇ ਨੇ ਕਈ ਲੋਕ। ਹਾਂ ਤੇ ਨਾ ਕਈ ਵਾਰ ਆਪਾਂ ਸੋਚਦੇ ਆ ਕਿ ਪੈਨ ਲਿਖਦੇ ਹੋਏ ਨਾ ਸਾਡੇ ਕੋਲ ਕਈ ਵਾਰ ਐਗਜ਼ਾਮ ਦੇ ਵਿੱਚ ਗਲਤੀ ਹੋ ਜਾਂਦੀ ਹੈ। ਕਈ ਤਾਂ ਬੜੇ ਡਿਜ਼ਾਈਨ ਮਾਰ ਕੇ ਕੱਟ ਦਿੰਦੇ ਨੇ, ਬਿਲਕੁਲ। ਕਈ ਤਾਂ ਇੱਕ ਲਾਈਨ ਨਾਲ ਕੱਟ ਦਿੰਦੇ ਨੇ, ਕਈ ਉਹਦੇ ਪਰ ਉਹ ਲਾਉਂਦੇ ਰਹਿੰਦੇ ਨੇ ਫਲੂਇਡ ਕਹਿੰਦੇ ਨੇ, ਵਾਈਟਨਰ ਲਗਾਉਂਦੇ ਰਹਿੰਦੇ ਕਿ ਸਾਡੀ ਗਲਤੀ ਨਾ ਹੋਵੇ, ਸਹੀ ਨਾ ਹੋਵੇ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਕਿੱਦਾਂ ਦਾ ਪੈਨ ਵੈਸੇ ਹੋਣਾ ਚਾਹੀਦਾ? ਸਭ ਦੇ ਆਪਣੇ ਆਪਣੇ ਸ਼ੌਕ ਨੇ। ਵੈਸੇ ਨੀਟ ਐਂਡ ਕਲੀਨ ਜ਼ਿਆਦਾ ਵਧੀਆ ਲੈਂਦੀ ਆ ਸਾਰੀ ਸ਼ੀਟ। ਔਰ ਜੇ ਕਿਤੇ ਲਾਈਨ ਮਾਰਨੀ ਵੀ ਹੋਵੇ, ਕਿਤੇ ਗਲਤੀ ਹੋ ਵੀ ਜਾਵੇ ਤੇ ਇੰਨਾ ਗਿਚ ਨਹੀਂ ਕਿ ਐਗਜ਼ਾਮੀਨਰ ਕਵੇ ਯਾਰ ਸਿੱਧਾ ਠਾ ਸਿਰ ਚ ਵੱਜਦਾ ਪਿਆ ਕੀ ਕੀਤਾ ਇਹਨੇ। ਥੋੜਾ ਜਿਹਾ ਕੱਟੋ ਨਾ, ਵਧੀਆ ਦਿਸਣੀ ਚਾਹੀਦੀ ਹੈ। ਹਰ ਚੀਜ਼ ਕ੍ਰੀਏਟੀਵਿਟੀ ਹੋਵੇ। ਬੰਦਾ ਕਹੇ ਬਈ ਕੱਟਿਆ ਵੀ ਹੈ ਤਾਂ ਕੀ ਆਰਟਿਸਟਿਕਲੀ ਕੱਟਿਆ ਯਾਰ, ਕਮਾਲ ਹੋ ਗਈ। ਇਹ ਸਾਰਾ ਪੇਪਰ ਕੱਟ ਕੇ ਬਣਾ ਕੇ ਕੱਟੋ ਉਹਨੂੰ ਕੱਟਣਾ ਹੈ ਤਾਂ ਆਪਣੇ ਭਾਰਤੀ ਹੈ। ਵੈਸੇ ਭਾਰਤੀਆਂ ਨੇ ਨਾ ਕਮਾਲ ਹੀ ਕਰਤੀ ਪੂਰੀ ਦੁਨੀਆ ਦੇ ਵਿੱਚ ਨਾਮ ਖੱਟਣ ਵਾਸਤੇ ਨਾ। ਬਹੁਤ ਤੇਜ਼ ਨੇ ਭਾਰਤੀ, ਹਮੇਸ਼ਾ ਹਰ ਜਗ੍ਹਾ ਤੇ ਅੱਗੇ। ਇਸ ਵਾਰ ਦਾ ਮੰਤਰੀ ਬਣ ਕੇ ਹੀ ਨਾਮ ਕਮਾ ਰਹੇ ਨੇ ਭਾਰਤ ਦਾ। ਤੇ ਮੈਂ ਤਾਂ ਗੱਲ ਇਹ ਕਰਨ ਲੱਗੀ ਸੀ ਪੈਨ ਤੋਂ ਮੈਨੂੰ ਯਾਦ ਆਇਆ ਕਿ ਰਿਸ਼ੀ ਸੁਨਕ ਵੀ ਪੈਨ ਨੂੰ ਲੈ ਕੇ ਬੜੇ ਫੇਮਸ ਹੋਏ ਪਏ ਨੇ ਅੱਜ ਕੱਲ। ਪੈਨ ਨੂੰ ਲੈ ਕੇ ਫੇਮਸ ਹੋ ਗਏ ਨੇ, ਇੰਡੀਆ ਤੋਂ ਮੰਗਵਾਇਆ ਖਾਸ ਪੈਨ। ਉਹਨਾਂ ਦੀ ਪੈਨ ਦੀ ਖਾਸੀਅਤ ਇਹੋ ਜਿਹੀ ਹੈ। ਕੀ ਚੀਜ਼ ਹੈ? ਕਹਿੰਦੇ ਉਹ ਪੈਨ ਇਹੋ ਜਿਹਾ ਯੂਜ਼ ਕਰਦੇ ਨੇ ਜਿਹੜਾ ਬਾਅਦ ਚ ਮਿਟ ਜਾਂਦਾ ਹੈ। ਮਤਲਬ ਕਿ ਜਿੱਦਾਂ ਉਹ ਕੋਈ ਪੈਨ ਜਿਹੜਾ ਯੂਜ਼ ਕਰ ਰਹੇ ਨੇ ਉਹਨਾਂ ਨਾਲ ਕੁਝ ਲਿਖਿਆ, ਹਾਂ ਉਹ ਬਾਅਦ ਚ ਮਿਟ ਗਿਆ, ਆਪਣੇ ਆਪ ਮਿਟ ਗਿਆ। ਪਤਾ ਨਹੀਂ ਕਿੱਦਾਂ ਕਿ ਨਹੀਂ ਹੈ ਕਿ ਨਹੀਂ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਪੈਨ ਯੂਜ਼ ਕਰਦੇ ਨੇ ਉਹ ਜੋ ਕੁਝ ਵੀ ਲਿਖਦੇ ਨੇ ਬਾਅਦ ਚੋਂ ਮਿਟ ਜਾਂਦਾ ਨੇ। ਮਤਲਬ ਇਦਾਂ ਦੀ ਇੰਕ ਪਾਈ ਜਾਂਦੀ ਹੈ, ਇਦਾਂ ਦੀ ਇੰਕ ਚ ਪਾਈ ਜਾਂਦੀ ਹੈ। ਫਿਰ ਜਿਹੜੇ ਸਿਗਨੇਚਰਸ ਫਾਈਲ ਦੇ ਉੱਤੇ, ਡਾਕੂਮੈਂਟਸ ਔਰ ਐਡੀ ਇੰਪੋਰਟੈਂਟ ਪੋਸਟ ਹੈ ਔਰ ਉੱਥੇ ਸਿਗਨੇਚਰਸ ਕੀਤੇ ਹੋਏ ਉੱਡ ਜਾਂਦੇ ਨੇ। ਹਾਂ ਉੱਡ ਜਾਂਦੇ ਨੇ। ਕਹਿੰਦੇ ਨੇ ਕਿ ਜਿਸ ਦਿਨ ਉਹਨਾਂ ਨੇ ਸ਼ਪਥ ਲਈ ਸੀ ਨਾ ਪ੍ਰਧਾਨ ਮੰਤਰੀ ਦੀ, ਉਸ ਦਿਨ ਵੀ ਉਹਨਾਂ ਨੇ ਉਹੀ ਪੈਨ ਯੂਜ਼ ਕੀਤਾ ਸੀ। ਤੇ ਹੁਣ ਉਹ ਡਾਕੂਮੈਂਟ ਦੇ ਉੱਤੇ ਸਾਈਨ ਨਹੀਂ ਹੈਗੇ ਉਹਨਾਂ ਦੇ।
ਇਹ ਪਤਾ ਨਹੀਂ, ਇਹ ਤਾਂ ਪਤਾ ਕਰਨਾ ਪਏਗਾ ਰਿਸ਼ੀ ਸੁਨਕ ਤੋਂ। ਉਹਨਾਂ ਦੀ ਇਸੇ ਗੱਲ ਤੋਂ ਲੈ ਕੇ ਉਹ ਚਰਚਾ 'ਚ ਵਿਸ਼ਾ ਬਣ ਗਏ ਕਿ ਉਹਨਾਂ ਨੇ ਇਹ ਪੈਨ ਕਿਉਂ ਇਸਤੇਮਾਲ ਕੀਤਾ ਜਿਹੜਾ ਮਿਟ ਜਾਂਦਾ ਹੈ। ਗੱਲ ਤਾਂ ਸਹੀ ਹੈ, ਵੈਸੇ ਪੈਨ ਉਹ ਇਸਤੇਮਾਲ ਕਰੋ ਜਿਹੜਾ ਰਵੇ ਵੀ, ਤੁਹਾਡਾ ਪ੍ਰੂਫ ਵੀ ਹੈ ਨਾ। ਤੁਸੀਂ ਉਹ ਪੈਨ ਯੂਜ਼ ਕਰ ਰਹੇ ਹੋ ਜਿੰਨਾ ਇੰਕ ਉੱਡੀ ਜਾਂਦੀ ਆ ਜਾਂ ਫਿਰ ਖਤਮ ਹੀ ਹੋ ਜਾਂਦਾ, ਫਿਰ ਉਹ ਕੋਈ ਫਾਇਦਾ ਨਹੀਂ ਉਸ ਚੀਜ਼ ਦਾ। ਇੱਥੇ ਵੀ ਇਦਾਂ ਦੇ ਹੈਗੇ ਨੇ ਪੈਨ ਇੱਥੇ ਇੰਡੀਆ 'ਚ ਹਾਂ, ਔਰ ਕਈ ਵਾਰ ਮੈਂ ਸੁਣੀ ਇਹ ਗੱਲ, ਕਿਉਂਕਿ ਬੱਚਿਆਂ ਦੇ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਮੈਜਿਕ ਪੈਨ। ਅੱਛਾ। ਤੇ ਕਈ ਵਾਰ ਉਹ ਪੈਨ ਨਾ ਜਿਹੜੇ ਵੱਡੇ ਵੱਡੇ ਆਫੀਸ਼ੀਅਲਸ ਨੇ ਉਹ ਵੀ ਖਰੀਦ ਲੈਂਦੇ ਨੇ, ਔਰ ਖਾਸ ਕਰਕੇ ਜੋ ਸਾਡੇ NRIs ਬਾਹਰ ਬੈਠੇ ਨੇ ਉਹ ਇੱਥੇ ਆਉਂਦੇ ਨੇ ਜਦੋਂ ਆਪਣੀ ਜ਼ਮੀਨ ਦੀ ਡੀਲ ਕਰਦੇ ਨੇ, ਤੇ ਜਿਹੜੇ ਉਹ ਆਫੀਸ਼ੀਅਲਸ ਨੇ ਗਵਰਨਮੈਂਟ ਦੇ, ਕਈ ਵਾਰ ਉਹਨਾਂ ਦੇ ਵਿੱਚ ਕੋਈ ਚਲਾਕ ਲੋਕ ਹੁੰਦੇ ਨੇ ਜਿਨ੍ਹਾਂ ਨੇ ਦੂਜੀ ਪਾਰਟੀ ਨਾਲ ਮਿਲ ਕੇ ਪੈਸਾ ਖਾਣਾ ਹੁੰਦਾ ਹੈ, ਇਸ ਕਰਕੇ ਉਸ NRI ਦੇ ਨਾਲ ਉਹਨਾਂ ਨੇ ਠੱਗੀ ਮਾਰਨੀ ਹੁੰਦੀ ਹੈ, ਤਾਂ ਉਸ ਤਰ੍ਹਾਂ ਦੇ ਪੈਨ ਦੇ ਨਾਲ ਸਾਈਨ ਕਰਵਾ ਲੈਂਦੇ ਨੇ, ਜਾਂ ਆਪ ਵੀ ਸਾਈਨ ਕਰਵਾਉਂਦੇ ਨੇ ਜਾਂ ਕਰਦੇ ਨੇ। ਉਹ ਬਾਅਦ ਵਿੱਚ ਉਹ ਸਾਈਨ ਗਾਇਬ ਹੋ ਜਾਂਦੇ ਨੇ, ਉਹ ਸਾਰੀ ਡੀਲ ਦੇ ਉੱਤੇ ਮਿੱਟੀ ਪੈ ਜਾਂਦੀ ਹੈ ਤੇ ਪੈਸਾ ਆਪਣੀ ਜੇਬ ਵਿੱਚ, ਤੇ NRI ਬਾਹਰ ਚਲਾ ਗਿਆ, ਉਹ ਬਾਹਰੋਂ ਜਦੋਂ ਇੱਧਰ ਆਉਂਦਾ ਤੇ ਇੱਥੇ ਕਾਲਾ ਮਾਲਾ ਹੋ ਚੁੱਕਾ ਹੈ, ਉਹਦੀ ਪ੍ਰਾਪਰਟੀ ਦਾ ਪਤਾ ਹੀ ਨਹੀਂ। ਸੋ ਇਦਾਂ ਦੇ ਕੰਮ ਵੀ ਹੁੰਦੇ ਪਏ ਨੇ। ਸੋ ਇਸ ਕਰਕੇ ਆ ਜਿਹੜੀ ਚੀਜ਼ ਬੱਚਿਆਂ ਦੇ ਮੈਜਿਕ ਪੈਨ ਨੇ ਨਾ, ਇਹ ਬੱਚਿਆਂ ਵਾਸਤੇ ਠੀਕ ਨੇ, ਪਰ ਕੀ ਪਤਾ ਲੱਗਦਾ ਸੋਚ ਕਿਸੇ ਦੀ ਵਿਗੜੀ ਹੋਏ, ਕੋਈ ਵੱਡਾ ਵੀ ਇਹਨੂੰ ਇਸਤੇਮਾਲ ਕਰਕੇ ਇਦਾਂ ਦੇ ਕਾਰੇ ਕਰਦਾ ਹੈ। ਮੇਬੀ ਉਹਨੂੰ ਫਾਊਂਟੇਨ ਪੈਨ ਵੀ ਆਈ ਥਿੰਕ ਕਿਹਾ ਜਾਂਦਾ, ਜਾਂ ਫਿਰ ਉਸ ਤਰ੍ਹਾਂ ਦੇ ਹੁੰਦੇ ਆ। ਫਾਊਂਟੇਨ ਪੈਨ ਤਾਂ ਉਹ ਹੁੰਦਾ ਨਾ ਜਿਹਦੇ ਵਿੱਚ ਇੰਕ ਭਰੀ ਜਾਂਦੀ ਹੈ, ਫੁਵਾਰੇ ਵਾਲਾ ਪੈਨ, ਮਤਲਬ ਉਹਨੂੰ ਇਦਾਂ ਕਰੋ ਤੇ ਫੁਵਾਰੇ ਵਾਂਗ ਚੱਲੂਗਾ, ਕਿਉਂਕਿ ਉਹਦੇ ਵਿੱਚ ਇੰਕ ਭਰਦੇ ਨੇ। ਅੱਜ ਕੱਲ੍ਹ ਤੇ ਜੈਲ ਪੈਨ ਆਉਂਦੇ ਨੇ, ਜਾਂ ਪੁਆਇੰਟ ਪੈਨ ਆਉਂਦੇ ਨੇ, ਜਾਂ ਬਾਲ ਪੈਨ ਆਉਂਦੇ ਨੇ, ਹੈਨਾ, ਜਿਹਦੇ ਵਿੱਚ ਰਿਫਲਸ ਪੈਂਦੇ ਨੇ। ਤਾਂ ਪਰ ਉਹ ਜਿਹੜਾ ਫਾਊਂਟੇਨ ਪੈਨ ਹੁੰਦਾ ਉਹਦੇ 'ਚ ਉਹਨੂੰ ਇੰਕ ਪੈਨ ਵੀ ਬੋਲਦੇ ਨੇ, ਉਹਦੇ 'ਚ ਸਿੱਧਾ ਇੰਕ ਪੈਂਦੀ ਹੈ। ਪਰ ਉਹ ਪਤਾ ਨਹੀਂ ਕਿਹੜੇ ਸਪੈਸ਼ਲ ਪੈਨ ਹੁੰਦੇ ਨੇ ਜਿਹਨਾਂ ਨੂੰ ਮੈਜਿਕ ਪੈਨ ਕਹਿੰਦੇ ਨੇ, ਉਹ ਲਿਖੀ ਹੋਈ ਇੰਕ ਉੱਡ ਜਾਂਦੀ ਹੈ। ਉਹ ਰਿਸ਼ੀ ਸੁਨਕ ਵੀ ਮੈਜਿਕ ਪੈਨ ਯੂਜ਼ ਕਰਦੇ ਨੇ, ਮੈਂ ਤਾਂ ਤੁਹਾਡੇ ਕੋਲੋਂ ਸੁਣਦਾ ਪਿਆ। ਮੈਂ ਵੀ ਹੈਰਾਨ ਹੋ ਗਿਆ ਸੁਣ ਕੇ ਕਿ ਉਹਨਾਂ ਨੂੰ ਕੀ ਲੋੜ ਪਈ ਹੈ ਕਿ ਇਹੋ ਜਿਹੇ ਪੈਨ ਯੂਜ਼ ਕਰਨ ਦੀ ਜਿੰਨਾ ਇੰਕ ਉੱਡ ਜਾਂਦੀ, ਜਾਂ ਫਿਰ ਜਿੰਨਾ ਤੁਹਾਡੇ ਸਿਗਨੇਚਰ ਡਾਕੂਮੈਂਟਸ ਹੋ ਸਕਦਾ ਕਿ ਕਿਸੇ ਨੇ ਨਾ, ਜਿੱਦਾਂ ਆਪਾਂ ਕਹਿੰਦੇ ਮੈਟਾਫਰਸ ਯੂਜ਼ ਕੀਤਾ ਹੋਵੇ, ਜਿਵੇਂ ਲਿਟਰੇਚਰ 'ਚ ਮੈਟਾਫਰ ਯੂਜ਼ ਹੁੰਦਾ ਨਾ, ਤਾਂ ਉਹ ਕਹਿੰਦੇ ਹੋਣਗੇ ਕਿ ਉਹ ਜਦੋਂ ਲਿਖਦੇ ਨੇ ਤਾਂ ਇਦਾਂ ਲੱਗਦਾ ਜਿਵੇਂ ਮੈਜਿਕ ਹੈ, ਇੰਨੀ ਸੋਹਣੀ ਹੈਂਡਰਾਈਟਿੰਗ ਹੋਏਗੀ, ਜਾਂ ਇਦਾਂ ਦੇ ਫੈਸਲੇ ਕਰਦੇ ਨੇ ਕਿ ਲੱਗਦਾ ਮੈਜਿਕ ਹੈ, ਉਹਦੇ ਉੱਤੇ ਸਾਈਨ ਕਰਦੇ ਨੇ ਜਦੋਂ। ਹੋ ਸਕਦਾ ਉਹਨਾਂ ਨੇ ਮੈਟਾਫਰ ਯੂਜ਼ ਕੀਤਾ ਹੋਵੇ, ਜਿਵੇਂ ਕੋਈ ਬੰਦਾ ਬੜਾ ਸੋਹਣਾ ਲੱਗਦਾ, ਯਾਰ ਬਿਲਕੁਲ ਚੰਦ ਦੀ ਟੁਕੜੀ ਲੱਗਦਾ ਪਿਆ, ਹੈ ਨਾ, ਬੜਾ ਤਾਕਤਵਰ ਹੈ, ਜਿੱਦਾਂ ਬੜਾ ਚਮਕਦਾ ਹੋਇਆ ਚਿਹਰਾ, ਇਦਾਂ ਲੱਗਦਾ ਜਿਵੇਂ ਸੂਰਜ ਚਮਕਦਾ ਹੋਵੇ। ਸ਼ਾਇਦ ਮੈਟਾਫਰ ਹੋਵੇ ਕਿ ਉਹ ਮੈਜਿਕ ਪੈਨ ਹੈ, ਔਰ ਨਾਲ ਵੱਡੇ ਵੱਡੇ ਫੈਸਲੇ ਕਰਦੇ ਨੇ ਬ੍ਰਿਟੇਨ ਵਾਸਤੇ। ਸੋ ਇਸ ਕਰਕੇ ਸ਼ਾਇਦ ਹੋ ਸਕਦਾ ਪ੍ਰਧਾਨ ਮੰਤਰੀ ਹੈ, ਉਹਨਾਂ ਨੂੰ ਵੀ ਪਤਾ ਹੀ ਹੋਏਗਾ ਇਸ ਚੀਜ਼ ਬਾਰੇ, ਇੰਨੀ ਵੱਡੀ ਗਲਤੀ ਤਾਂ ਨਹੀਂ ਉਹ ਕਰ ਸਕਦੇ। ਨਹੀਂ, ਮੈਨੂੰ ਲੱਗਦਾ ਕਿ ਕੁਝ ਮੈਟਾਫਰ ਯੂਜ਼ ਹੋਇਆ ਹੈ, ਹੋ ਸਕਦਾ ਹੈ, ਹੋ ਸਕਦਾ ਹੈ। ਸਾਨੂੰ ਤਾਂ ਵੀ ਗੱਲ ਪਤਾ ਲੱਗੀ ਸੀ, ਅਸੀਂ ਤਾਂ ਕਿ ਦਰਸ਼ਕਾਂ ਨੂੰ ਗੱਲ ਮਿਲਣੀ ਚਾਹੀਦੀ ਹੈ ਨਾ ਆਪਣੇ ਸ਼ੋਅ ਵਾਸਤੇ, ਸਿੱਧੀ ਗੱਲ ਮਿਲਣੀ ਚਾਹੀਦੀ ਜਲੇਬੀ ਹੈ, ਵਰਗੀ, ਤਾਂ ਕਿ ਸਾਡੇ ਦਰਸ਼ਕ ਵੀ ਤਾਂ ਸੋਚਣ ਕਿ ਇਹੋ ਜਿਹਾ ਵੀ ਕੁਝ ਹੋ ਸਕਦਾ ਹੈ, ਤਾਂ ਕਿ ਅਸੀਂ ਜਿਹਨੂੰ ਕਹਿੰਦੇ ਨੇ ਨਾ ਉਹ ਰਾਈ ਦਾ ਪਹਾੜ ਬਣਾ ਸਕੀਏ, ਬਾਤ ਕਾ ਬਤੰਗੜ ਬਣਾ ਸਕੀਏ। ਤੁਸੀਂ ਬਣਾ ਲਓ, ਮੇਰੇ ਕੋ ਨਹੀਂ ਬਣਦੇ ਰਾਈ ਦੇ ਪਹਾੜ। ਸੋ ਇਸ ਕਰਕੇ ਇਹ ਇਦਾਂ ਦੀਆਂ ਗੱਲਾਂ ਹੋਰ ਵੀ ਲੱਭ ਕੇ ਲਿਆਇਆ ਕਰੋ, ਬਹੁਤ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਜਿਹੜੀਆਂ ਇਹ ਸਾਰੀ ਗੱਲਾਂ ਮੈਂ ਹੀ ਲੱਭ ਕੇ ਲੈ ਕੇ ਆਵਾਂ, ਤੁਹਾਡੇ ਕੋਲ ਕੋਈ ਗੱਲ ਨਹੀਂ? ਮੇਰੇ ਕੋਲ ਕੋਈ ਗੱਲ ਹੈਗੀ ਤਾਂ ਹੈਗੀ ਆ, ਤੇ ਤੁਸੀਂ ਵੀ ਕੋਈ ਸਿੱਧੀ ਗੱਲ ਕਰੋ। ਮੈਂ ਪੁੱਠੀ ਸਿੱਧੀ ਗੱਲ ਮੈਂ ਕੀ ਕਰਾਂ, ਮੈਂ ਵੀ ਸਿੱਧੀ ਗੱਲ ਕਰਦਾ। ਜਿੱਦਾਂ ਪੈਨਾਂ ਦੀ ਗੱਲ ਕੀਤੀ ਹੈ, ਇੱਕ ਵਾਰੀ ਕੀ ਹੋਇਆ ਕਿ ਮੈਂ ਨਾ ਇਦਾਂ ਹੀ ਪੈਨ ਖਰੀਦਣ ਗਿਆ, ਸੋ ਤਰ੍ਹਾਂ ਦੇ ਪੈਨ ਮੇਰੇ ਸਾਹਮਣੇ, ਤਰ੍ਹਾਂ ਦੇ ਪੈਨ ਮੇਰੇ ਸਾਹਮਣੇ, ਔਰ ਮੈਂ ਖੁਦ ਕਨਫਿਊਜ਼ ਕਿ ਇਹ ਕਿੱਦਾਂ ਦੇ ਪੈਨ ਨੇ, ਔਰ ਮੈਂ ਕਿਹੜਾ ਖਰੀਦਾਂ ਤੇ ਕਿਹੜਾ ਨਾ ਖਰੀਦਾਂ। ਤੇ ਫਿਰ ਉੱਥੇ ਕੀ ਹੋਇਆ, ਫੇਵਰੇਟ ਕਲਰਸ ਹੈ ਨਾ, ਹਰ ਇੱਕ ਦਾ ਫੇਵਰੇਟ ਕਲਰ ਹੁੰਦਾ, ਭਾਵੇਂ ਬਲੂ ਹੋਵੇ, ਇੰਕ ਬਲੂ ਹੋਵੇ, ਪਰ ਫੇਵਰੇਟ ਕਲਰ, ਇਸ ਕਰਕੇ ਉਹ ਵੀ। ਔਰ ਕਈਆਂ ਨੂੰ ਇਹ ਬੜਾ ਹੁੰਦਾ ਕਿ ਇਹ ਮੇਰਾ ਕਲਰ ਫੇਵਰੇਟ ਆ, ਤਾਂ ਇਹ ਮੇਰੇ ਵਾਸਤੇ ਲੱਕੀ ਆ, ਉਹ ਮੈਂ ਆਪਣੇ ਕੋਲ ਰੱਖੂੰਗਾ ਐਗਜ਼ਾਮ ਵਾਸਤੇ, ਐਗਜ਼ਾਮ ਵਧੀਆ ਹੋਏਗਾ, ਇਹ ਮੈਂ ਆਪਣੇ ਕੋਲ ਰੱਖੂੰਗਾ, ਟੀਚਰ ਮੈਨੂੰ ਗੁੱਡ ਮਾਰਕਸ ਦੇਗੀ, ਇਹਦੇ ਨਾਲ ਮੈਂ ਬਹੁਤ ਵਧੀਆ ਹੈਂਡਰਾਈਟਿੰਗ ਲਿਖ ਸਕਦਾ, ਨੀਟ ਐਂਡ ਕਲੀਨ ਲਿਖ ਸਕਦਾ। ਸੋ ਇਹ ਫੇਵਰੇਟ ਕਲਰਸ ਦੇ ਚੱਕਰ ਵਿੱਚ ਵੀ ਅਸੀਂ ਲੋਕ ਪੈਂਦੇ ਹਾਂ, ਪਰ ਜ਼ਰੂਰੀ ਵੀ ਹੈ ਜਿਹੜੀ ਚੀਜ਼ ਮਨ ਨੂੰ ਚੰਗੀ ਲੱਗੇ, ਜੇ ਉਹ ਤੁਹਾਡੇ ਮਨ ਦੇ ਕੋਲ ਹੈਗੀ ਆ, ਤਾਂ ਤੁਸੀਂ ਵਾਕਈ ਕ੍ਰੀਏਟਿਵ ਹੋ ਜਾਂਦੇ ਹੋ। ਉਹ ਗੱਲ ਇਹ ਹੁੰਦੀ ਕਿ ਤੁਹਾਡਾ ਫੇਵਰੇਟ ਕਲਰ ਹੁੰਦਾ ਤੇ ਤੁਸੀਂ ਉਹਨਾਂ ਨੂੰ ਲਿਖਦੇ ਹੁੰਦੇ ਹੋ, ਉਹ ਇੱਕ ਸਾਈਕੋਲੋਜੀ ਬਣੀ ਹੋਈ ਆ, ਤਾਂ ਤੁਹਾਨੂੰ ਲੱਗਦਾ ਕਿ ਜੋ ਮੈਂ ਲਿਖਦਾ ਪਿਆ ਬਹੁਤ ਵਧੀਆ ਲਿਖਦਾ ਪਿਆ, ਆਈ ਐਮ ਦਾ ਬੈਸਟ, ਬਿਕੋਜ਼ ਤੁਹਾਡਾ ਫੇਵਰੇਟ ਕਲਰ ਆ। ਸ਼ਰਟ ਦਾ ਵੀ ਹੁੰਦਾ, ਇਹ ਸ਼ਰਟ ਪਾ ਕੇ ਜਾਊਂਗਾ, ਇਸ ਕਲਰ ਦੀ ਪਾ ਕੇ ਜਾਊਂਗਾ, ਬੜੀ ਲੱਕੀ ਹੈਗੀ, ਐਗਜ਼ਾਮ ਬਹੁਤ ਵਧੀਆ ਹੋਏਗਾ। ਮੈਨੂੰ ਵੀ ਤੋਂ ਇੱਕ ਗੱਲ ਯਾਦ ਆ ਰਹੀ ਹੈ ਕਿ ਇੱਕ ਵਾਰ ਇਦਾਂ ਹੀ ਕਿਸੇ ਨੇ ਕਹਿਤਾ, ਲੋਕੀ ਅੱਜ ਕੱਲ ਉਹੀ ਭਰਮ ਦੇ ਵਿੱਚ ਪੈ ਜਾਂਦੇ ਆ, ਖਾਸ ਕਰਕੇ ਬੱਚੇ, ਉਹਨਾਂ ਨੇ ਐਗਜ਼ਾਮ ਦੇ ਵਿੱਚ ਪਾਸ ਤਾਂ ਹੋਣਾ ਹੀ ਹੁੰਦਾ, ਹੁਣ ਜਿਹੜਾ ਮਰਜ਼ੀ ਤਰੀਕਾ ਮਿਲ ਜੇ ਉਹਦੇ ਲਈ ਉਹਨਾਂ ਨੂੰ ਚਾਹੇ ਕਿਤੇ ਜਾ ਕੇ ਪ੍ਰਸ਼ਾਦ ਹੀ ਕਿਉਂ ਨਾ ਚੜਾਉਣਾ ਪਵੇ, ਉਹ ਵੀ ਚੜਾ ਚੱਲ ਜਾਗੇ ਕਿ ਅਸੀਂ ਪਾਸ ਹੋ ਜਾਈਏ। ਏਦਾਂ ਹੀ ਕਿਸੇ ਨੇ ਨਾ ਬੱਚਿਆਂ ਨੂੰ ਕਹਿ ਦਿੱਤਾ ਇੱਕ ਵਾਰੀ ਕਲਾਸਰੂਮ ਦੇ ਵਿੱਚ ਕਿ ਐਗਜ਼ਾਮ ਦੇ ਵਿੱਚ ਨਾ 골ਡਨ ਜਾਂ ਯੈਲੋ ਕਲਰ ਦਾ ਪੈਨ ਯੂਜ਼ ਕਰੋ, ਤੁਸੀਂ ਬੱਚੇ ਪਾਸ ਹੋ ਜਾਓਗੇ। ਹੁਣ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਸੀਗੀ ਕਿ ਸ਼ਾਇਦ ਬਿਨਾਂ ਪੜ੍ਹੇ ਅਸੀਂ ਪਾਸ ਹੋ ਜਾਵਾਂਗੇ ਨਾ, 골ਡਨ ਜਾਂ ਯੈਲੋ ਕਲਰ ਦੇ ਪੈਨ ਲੈ ਕੇ। ਅੱਛਾ, ਅਗਲੇ ਦਿਨ ਐਗਜ਼ਾਮ ਦੇ ਵਿੱਚ ਸਾਰੇ ਬੱਚੇ ਯੈਲੋ ਔਰ 골ਡਨ ਕਲਰ ਦੇ ਪੈਨ ਲੈ ਕੇ ਆਏ ਆ। ਇੰਨੇ ਅੰਧ ਵਿਸ਼ਵਾਸ ਮਤਲਬ ਬੱਚਿਆਂ ਨੂੰ ਸੀ ਕਿ ਵਿਸ਼ਵਾਸ ਦੇ ਵਿੱਚ ਆ ਗਿਆ ਕਿ ਨਹੀਂ ਯਾਰ 골ਡਨ ਹੀ ਯੈਲੋ ਕਿਹਾ, ਇਹ ਤਾਂ ਕਿਸੇ ਉਹਨੇ ਐਸਟ੍ਰੋਲੋਜਰ ਨੇ ਕਹਿ ਦਿੱਤਾ ਇੱਦਾਂ ਕੁਛ, ਪੱਕਾ ਫਿਰ ਸਹੀ ਹੋਏਗਾ। ਚਲੋ ਉਹਦੀ ਧਾਰਨਾ ਵੀ ਕਿਸੇ ਪਾਸੇ ਸਹੀ ਹੋ ਸਕਦੀ ਹੈ, ਬਟ ਉਹਨੇ ਇਹ ਥੋੜਾ ਨਾ ਕਿਹਾ ਸੀ ਤੁਸੀਂ ਪੜ੍ਹ ਕੇ ਹੀ ਨਾ ਆਓ। ਹੁਣ ਤਾਂ ਜਿਹੜੇ ਪੜ੍ਹ ਕੇ ਆਏ ਸੀ, ਜਿਨ੍ਹਾਂ ਨੇ 골ਡਨ ਯੈਲੋ 'ਚ ਕੰਮ ਕੀਤਾ ਪੈਨ ਨਾਲ,
ਉਹ ਤਾਂ ਚਲੋ ਪਾਸ ਹੋ ਗਏ। ਹੁਣ ਜਿਹੜੇ ਪੜ੍ਹ ਕੇ ਹੀ ਨਹੀਂ ਆਏ, 골ਡਨ ਪੈਨ ਲੈ ਕੇ ਵੀ ਆਏ, ਯੈਲੋ ਵੀ ਲੈ ਕੇ, ਲਿਖਣਗੇ ਕੀ? 골ਡਨ ਪੈਨ ਨੇ ਥੋੜਾ ਪਾਸ ਕਰ ਦੇਣਾ, ਉਹ ਤਾਂ ਫਿਰ ਮੁੜ ਕੇ ਫੇਲ ਹੀ ਹੋ ਗਏ ਨਾ। ਕਈ ਲੋਕ ਕਿ ਉਹ ਖਾ ਕੇ ਜਾਂਦੇ ਨੇ ਦਹੀਂ ਸ਼ੱਕਰ, ਦਹੀਂ ਸ਼ੱਕਰ, ਹੈ ਨਾ। ਹੁਣ ਦੱਸੋ ਦਹੀਂ ਸ਼ੱਕਰ ਐਗਜ਼ਾਮ ਲਿਖੂਗਾ ਤੁਹਾਡਾ? ਉਹ ਜਸਟ ਪੋਜ਼ਿਟਿਵ ਚੀਜ਼ਾਂ ਨੇ ਜੋ ਬੱਚਿਆਂ ਨੂੰ ਪੋਜ਼ਿਟਿਵ ਕਰਦੀਆਂ ਨੇ ਨਾ, ਕਿ ਐਗਜ਼ਾਮ ਦੇ ਵਿੱਚ ਜਾ ਕੇ ਬੱਚੇ ਦੇ ਮਨ 'ਚ ਪੋਜ਼ਿਟਿਵਿਟੀ ਆਵੇ ਕਿ ਹਾਂ ਸਭ ਕੁਝ ਅੱਛਾ ਹੋਏਗਾ, ਨੈਗੇਟਿਵਿਟੀ ਨਹੀਂ ਆਏਗੀ। ਮੈਂ ਦਹੀਂ ਸ਼ੱਕਰ ਖਾ ਕੇ ਆਇਆ, ਦਹੀਂ ਸ਼ੱਕਰ ਖਾ ਕੇ ਆਇਆ, ਮੰਮੀ ਨੇ ਕਿਹਾ ਸਭ ਕੁਝ ਅੱਛਾ ਹੋਏਗਾ। ਸੋ ਇਹ ਚੀਜ਼ਾਂ ਚੱਲਦੀਆਂ ਨੇ। ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਮਿਹਨਤ ਕਰਨ ਦੀ ਬਜਾਏ ਅਸੀਂ ਇਦਾਂ ਦੇ ਕੰਮਾਂ 'ਚ ਜ਼ਿਆਦਾ ਪੈ ਜਾਂਦੇ ਹਾਂ। ਸੋ ਇਸ ਤਰ੍ਹਾਂ ਕਈ ਵਹਿਮ ਨੇ, ਹੈ ਨਾ, ਪੈਨ ਨਾਲ ਜੁੜੇ ਹੋਏ ਵਹਿਮ ਨੇ, ਖਾ ਕੇ ਜਾਣਾ ਹੈ, ਹਰ ਥਾਂ ਦੇ ਉੱਤੇ ਵਹਿਮ ਨੇ। ਔਰ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਵੀ ਕੰਮਾਂ ਦੇ ਉੱਤੇ ਦੇਖਦੇ ਹਾਂ, ਕੋਈ ਵੀ ਸ਼ੁਭ ਕੰਮ ਕਰਨਾ ਹੈ, ਕਿਤੇ ਵੀ ਕੁਝ ਕਰਨਾ ਹੈ, ਉਹਦੇ ਵਿੱਚ ਵੀ ਕਈ ਵਾਰ ਵਹਿਮ ਸਾਨੂੰ ਤੰਗ ਕਰਦੇ ਨੇ। ਇਹ ਐਸੇ ਦਿਨ, ਇਹ ਐਸੇ ਦਿਨ, ਮਤਲਬ ਇਹ ਹੈ ਕਿ ਵਿਸ਼ਵਾਸ ਦੀ ਕਮੀ। ਇਸ ਕਰਕੇ ਸਾਨੂੰ ਵਿਸ਼ਵਾਸ ਨਹੀਂ, ਅਸੀਂ ਉਸ ਵਹਿਮ ਦੇ ਉੱਤੇ ਵਿਸ਼ਵਾਸ ਕਰਦੇ ਹਾਂ। ਸੋ ਇਹ ਸਭ ਚੀਜ਼ਾਂ ਸਾਡੀ ਜ਼ਿੰਦਗੀ ਦਾ ਹਿੱਸਾ ਰਹਿੰਦੀਆਂ ਨੇ। ਹੁਣ ਵਿਆਹ ਸ਼ਾਦੀ ਦੇਖ ਲਓ, ਚਲੋ ਕਈ ਵਹਿਮ ਭਰਮ ਸਹੀ ਹੁੰਦੇ, ਇੰਨੇ ਮਤਲਬ ਕੱਟੜ ਤਰ੍ਹਾਂ ਦੇ ਵਹਿਮ ਭਰਮ ਨਹੀਂ ਹੋਣੇ ਚਾਹੀਦੇ ਕਿ ਬਿੱਲੀ ਇਸ ਕੱਟ ਗਿਆ, ਉਹ ਹੋ ਗਿਆ, ਇਦਾਂ ਦੀ ਚੀਜ਼ਾਂ ਚਲੋ ਛੋਟੀਆਂ ਮੋਟੀਆਂ ਨੇ। ਹੁਣ ਕਈ ਪਾਸੇ ਰੀਤੀ ਰਿਵਾਜ ਇਦਾਂ ਦੇ ਹੁੰਦੇ, ਉਹਨਾਂ ਨੂੰ ਕਰਨੇ ਪੈਂਦੇ ਨੇ। ਹੁਣ ਵਿਆਹ ਸ਼ਾਦੀ ਦੇ ਵਿੱਚ ਵੀ ਦੇਖ ਲਓ ਕਿ ਮੁੰਡਾ ਜਾਂ ਕੁੜੀ ਆ, ਜਾਂ ਫਿਰ ਕਿਸੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਤੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਕਿੰਨਾ ਕੁਝ ਕਰਾਉਂਦੇ ਆ, ਹਰ ਕੋਈ ਚੀਜ਼ ਕਰਨੀ ਸ਼ੁਰੂ ਕਰ ਦਿੰਦੇ ਕਿ ਵੀ ਸਾਡੇ ਬੱਚੇ ਦਾ ਵਿਆਹ ਹੋ ਜਾਏ, ਕੁਝ ਹੋ ਜਾਏ। ਪਰ ਇਹ ਤਾਂ ਹੁੰਦਾ ਕਿ ਚਲ ਕੁਵਾਰਾ ਆ, ਕੀ ਕਰੇਗਾ, ਹੈ ਨਾ। ਅਗਰ ਬਾਈ ਚਾਂਸ ਉਹ ਬੇਰੁਜ਼ਗਾਰ ਵੀ ਹੈ, ਨਹੀਂ ਕਮਾ ਰਿਹਾ, ਪਰ ਹੁਣ ਨਾ ਉਹਨਾਂ ਦੇ ਲਈ ਵੀ ਚੰਗੀ ਚੀਜ਼ ਆ ਗਈ ਹੈ ਇੱਕ ਬਹੁਤ ਵਧੀਆ। ਤੁਸੀਂ ਜਾਣਨਾ ਚਾਹੋਗੇ ਕੀ ਚੀਜ਼ ਹੈ? ਮੈਨੂੰ ਕੀ ਪਤਾ ਕੀ ਚੀਜ਼ ਹੈ, ਕੋਈ ਨਵੀਂ ਚੀਜ਼ ਲੈ ਕੇ ਆਏ ਹੋਗੇ। ਵੈਸੇ ਆ ਜਿਹੜਾ ਤੁਸੀਂ ਕਿਹਾ ਨਾ ਵਹਿਮ, ਬਿੱਲੀਆਂ ਦੀ ਗੱਲ ਕੀਤੀ ਆ, ਬਿੱਲੀਆਂ ਰਸਤਾ ਕੱਟ ਜਾਂਦੀਆਂ, ਦੋ ਬਿੱਲੀਆਂ ਆਪਸ ਵਿੱਚ ਬਹਿ ਕੇ ਗੱਲਾਂ ਕਰਦੀਆਂ ਪਈਆਂ ਸੀ ਤੇ ਇੱਕ ਬੜੀ ਅਪਸੈਟ ਸੀ। ਦੂਜੀ ਨੇ ਪੁੱਛਿਆ ਕੀ ਹੋਇਆ, ਕਹਿੰਦੀ ਅੱਜ ਮੈਂ ਸਵੇਰੇ ਜਦੋਂ ਤੇਰੇ ਵੱਲ ਆਉਣ ਲੱਗੀ ਨਾ, ਇੱਕ ਬੰਦਾ ਮੇਰਾ ਰਸਤਾ ਕੱਟ ਗਿਆ। ਬਹੁਤ ਅਪਸ਼ਗੁਨ ਹੋ ਗਿਆ, ਬਿੱਲੀਆਂ ਨੂੰ ਵੀ ਵਹਿਮ ਹੋ ਗਿਆ। ਅੱਛਾ, ਕੁਆਰੇ ਜਿਹੜੇ ਹੈਗੇ ਨੇ ਬਹੁਤ ਉਹ ਪਰੇਸ਼ਾਨ ਹੈ, ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ, ਜਿਹੜੇ ਨੇ ਬੜੇ ਉਪਾਅ ਕਰ ਲਿਆ। ਅੱਛਾ, ਤੁਸੀਂ ਮੈਰਿਜ ਬਿਊਰੋ ਖੋਲਣ ਲੱਗੇ ਹੋ ਪਰੇਸ਼ਾਨੀ ਦੂਰ ਕਰਨ ਵਾਸਤੇ, ਇੱਥੇ ਪ੍ਰਮੋਸ਼ਨ ਵਾਸਤੇ ਕਿ ਚੈਨਲ ਦੇ ਉੱਤੇ ਮੈਂ ਆਪਣੀ ਪ੍ਰਮੋਸ਼ਨ ਉਪਾਅ ਕਰੋ, ਹੋ ਜਾਏਗਾ। ਅੱਛਾ, ਨਹੀਂ ਇਹਨਾਂ ਵਾਸਤੇ ਸਰਕਾਰ ਨੇ ਬਹੁਤ ਕੁਝ ਸੋਚ ਲਿਆ ਹੈ। ਸਰਕਾਰ ਹੁਣ ਉਪਾਅ ਕਰੂਗੀ? ਨਹੀਂ, ਸਰਕਾਰ ਉਪਾਅ ਤਾਂ ਨਹੀਂ ਕਰੇਗੀ, ਲੇਕਿਨ ਸਰਕਾਰ ਨੇ ਚਲੋ ਕੁਝ ਚੰਗਾ ਹੀ ਸੋਚਿਆ, ਉਹਨਾਂ ਦੇ ਲਈ ਵੀ ਬੜੀ ਅੱਛੀ ਗੱਲ ਹੈ। ਸੁਣ ਕੇ ਵੀ ਅੱਛਾ ਲੱਗਿਆ ਕਿ ਹੁਣ ਜਿਹੜੇ ਕੁਆਰੇ ਨੇ, ਬਜ਼ੁਰਗਾਂ ਨੂੰ ਆਪਾਂ ਦੇਖ ਲੈਂਦੇ ਹਾਂ, ਆਪਣੇ ਪੇਰੈਂਟਸ ਨੂੰ ਦੇਖ ਲਈਏ ਜਾਂ ਫਿਰ ਮਹਿਲਾਵਾਂ ਨੂੰ ਦੇਖ ਲਈਏ, ਹਰ ਕਿਸੇ ਦੀ ਅਲੱਗ-ਅਲੱਗ ਤਰ੍ਹਾਂ ਦੀ ਪੈਨਸ਼ਨਾਂ ਸਰਕਾਰ ਨੇ ਲਾਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਕੁਆਰਾ ਪੈਨਸ਼ਨ ਸ਼ੁਰੂ ਹੋ ਗਈ ਹੈ। ਹਾਂਜੀ, ਬਿਲਕੁਲ ਸਹੀ ਹੈ। ਬੇਰੁਜ਼ਗਾਰੀ ਭੱਤਾ, ਬਜ਼ੁਰਗਾਂ ਦੀ ਪੈਨਸ਼ਨ, ਚਲੋ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਪੈਨਸ਼ਨ, ਹੁਣ ਕੁਆਰਾ ਪੈਨਸ਼ਨ, ਪੰਜਾਬ ਦੇ ਵਿੱਚ ਬੀਬੀਆਂ ਦੀ ਪੈਨਸ਼ਨ, ਬਿਜਲੀ ਪਹਿਲਾਂ ਫ੍ਰੀ ਕੀਤੀ ਸੀ, ਇਹ ਫ੍ਰੀ ਬੀਜ਼ ਪੋਲਿਟਿਕਸ ਕਿੱਥੇ ਤੱਕ ਲੈ ਕੇ ਜਾਏਗਾ? ਹੁਣ ਤੁਸੀਂ ਦੱਸੋ ਇਹ ਕਿਹੜੀ ਪੈਨਸ਼ਨ ਹੋਗੀ? ਇਹ ਵੀ ਤਾਂ ਸਰਕਾਰੀ ਐਕਸਚੈਕਰ ਦੇ ਉੱਤੇ ਬੋਝ ਹੈ। ਇਹ ਜੀ ਕੁਆਰਿਆਂ ਦੀ ਪੈਨਸ਼ਨ ਹੈ, 40 ਤੋਂ 60 ਸਾਲ ਦੇ ਜਿਹੜੇ ਕੁਆਰੇ ਨਾ, ਉਹਨਾਂ ਨੂੰ ਹਰਿਆਣਾ ਸਰਕਾਰ ਪੈਨਸ਼ਨ ਦੇਣ ਜਾ ਰਹੀ ਹੈ। ਅੱਛਾ, ਹਰਿਆਣਾ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ, ਆ ਵੀ ਪੈਨਸ਼ਨ ਸ਼ੁਰੂ ਕਰ ਲਈ। ਕਹਿੰਦੇ ਕਿ 60 ਸਾਲ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੋਈ। ਇਹ ਤੁਸੀਂ ਮਜ਼ਾਕ ਕਰਦੇ ਪਏ ਹੋ? ਨਹੀਂ, ਮੈਂ ਮਜ਼ਾਕ ਕਿਉਂ ਕਰਦਾ? ਸਰਕਾਰ ਦੇ ਨਾਮ ਤੇ ਮੈਂ ਮਜ਼ਾਕ ਕਰਾਂ? ਕਦੇ ਵੀ ਨਹੀਂ। ਮੈਂ ਤਾਂ ਹੀ ਕਿਹਾ, ਮੈਂ ਕਿ ਹਰਿਆਣਾ ਸਰਕਾਰ ਕੋਲ ਕੋਈ ਹੋਰ ਕੰਮ ਨਹੀਂ। ਸ਼ਾਇਦ ਕੁਝ। ਅੱਛਾ, ਆਰ ਯੂ ਸੀਰੀਅਸ? ਹਾਂਜੀ, ਆਈ ਐਮ ਸੀਰੀਅਸ। ਮੈਂ ਖਬਰ ਖੁਦ ਸੁਣੀ ਹੈ ਕਿ ਹਰਿਆਣਾ ਸਰਕਾਰ ਹੁਣ 40 ਤੋਂ 60 ਸਾਲ ਦੇ ਜਿਹੜੇ ਕੁਆਰੇ ਨੇ ਉਹਨਾਂ ਨੂੰ ਪੈਨਸ਼ਨ ਦੇਣ ਜਾ ਰਹੀ ਹੈ। ਕਿੰਨੇ? ਹੁਣ ਇਹ ਕਿੰਨੀ ਹੈ ਇਹੀ ਕਹਿਣ ਲੱਗੀ ਸੀ, ਮੈਨੂੰ ਪਤਾ ਨਹੀਂ ਕਿੰਨੀ ਦੇਣ ਜਾ ਰਹੀ ਹੈ, ਬਟ ਇਸ ਸਕੀਮ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਕਿ ਬਹੁਤ ਜਲਦ ਇਹ ਜਿਹੜੀ ਪੈਨਸ਼ਨ ਯੋਜਨਾ ਹੈ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਏਗੀ। ਸ਼ਾਇਦ ਅਗਸਤ ਤੱਕ ਸ਼ੁਰੂ ਹੋ ਜਾਏ, ਉੱਥੇ ਦੇ ਕੁਆਰਿਆਂ ਨੂੰ ਪੈਨਸ਼ਨ ਮਿਲਣੀਆਂ ਸ਼ੁਰੂ ਹੋ ਜਾਏਗੀ। ਬਹੁਤ ਵਧੀਆ ਗੱਲ ਹੈ, ਇਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਇਹੀ ਕੰਮ ਹੋਣੇ ਚਾਹੀਦੇ ਨੇ। ਉਹਨੂੰ ਪੈਨਸ਼ਨ, ਉਹਨੂੰ ਪੈਨਸ਼ਨ, ਉਹਨੂੰ ਪੈਨਸ਼ਨ। ਸੋਰਸ ਕਿੱਥੋਂ ਆਏਗਾ? ਸੋਰਸ ਆਫ ਇਨਕਮ ਕਿਹੜਾ ਹੋਏਗਾ ਜਿਹੜੀ ਗਵਰਨਮੈਂਟ ਨੇ ਦੇਣਾ? ਇਹ ਵੀ ਤਾਂ ਸੋਚਣਾ ਪਏਗਾ ਨਾ। ਇਹ ਤਾਂ ਗਵਰਨਮੈਂਟ ਹੀ ਸੋਚੇਗੀ ਜਿਹੜੀ ਸਕੀਮਾਂ ਬਣਾ ਰਹੀ ਹੈ। ਹੁਣ ਇੰਨੀਆਂ ਸਾਰੀਆਂ ਸਕੀਮਾਂ ਆ ਰਹੀਆਂ ਨੇ ਦੇਸ਼ ਦੇ ਵਿੱਚ, ਕੁਝ ਨਾ ਕੁਝ ਤਾਂ ਸੋਚ ਕੇ ਕਰ ਰਹੇ ਹੋਣਗੇ। ਇਹ ਮਤਲਬ ਇਹ ਹੈ ਕਿ ਵੋਟ ਬੈਂਕ ਤਿਆਰ ਕਰਨਾ ਹੈ, ਹੋਰ ਤਾਂ ਕੁਝ ਨਹੀਂ ਲੱਗਦਾ। ਕੁਆਰਿਆਂ ਨੂੰ ਖੁਸ਼ ਕਰਨਾ ਵੀ ਜ਼ਰੂਰੀ ਹੈ, ਕਿਸੇ ਤਰੀਕੇ ਤੱਕ ਕੁਆਰੇ ਖੁਸ਼ ਹੋਣ। ਤੇ ਉਹ ਬੀਬੀਆਂ ਨੂੰ ਖੁਸ਼ ਕੀਤਾ ਸੀ ਆਪਾਂ ਪੰਜਾਬ ਦੇ ਵਿੱਚ, ਉਹਨਾਂ ਦੀ ਹਜੇ ਤੱਕ ਪੈਨਸ਼ਨ ਸ਼ੁਰੂ ਨਹੀਂ ਹੋਈ। ਜਿੱਦਾਂ ਸਾਲ ਹੋ ਗਿਆ, ਕੁੜੀਆਂ ਦੇ ਵਿਆਹਾਂ ਦੇ ਉੱਤੇ ਪੈਨਸ਼ਨ, ਕੁਛ ਨਾ ਕੁਛ ਸ਼ਗਨ ਸਕੀਮ ਹੈ, ਕੁਛ ਹਰ ਤਰੀਕੇ ਦੇ ਨਾਲ ਹਰ ਕਿਸੇ ਨੂੰ ਖੁਸ਼ ਕੀਤਾ ਜਾਂਦਾ ਹੈ। ਤਾਂ ਮੈਨੂੰ ਲੱਗਦਾ ਸਰਕਾਰ ਨੇ ਸੋਚਿਆ ਹੋਣਾ ਕਿ ਯਾਰ ਜਿਹੜੇ ਕੁਆਰੇ ਉਹਨਾਂ ਨੂੰ ਵੀ ਖੁਸ਼ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ, ਤਾਂ ਕਰਕੇ ਸ਼ਾਇਦ ਉਹਨਾਂ ਨੇ ਸਕੀਮ ਲਗਾ ਦਿੱਤੀ ਹੋਏਗੀ। ਤਾਂ ਇਹ ਪੈਸੇ ਕਿੰਨੇ ਦੇਣੇ ਨੇ ਇਹ ਨਿਸ਼ਚਿਤ ਨਹੀਂ? ਇਹ ਨਿਸ਼ਚਿਤ ਨਹੀਂ ਹੈ। ਓਕੇ, ਚਲੋ ਹਜੇ ਹੁਣ ਤਾਂ ਹਰਿਆਣਾ ਜਾ ਕੇ ਪਤਾ ਕਰਨਾ ਪਏਗਾ ਸ਼ਾਇਦ। ਹਾਂ, ਉੱਥੇ ਆ ਕੇ ਕੁਆਰਿਆਂ ਨਾਲ ਗੱਲ ਕਰਕੇ ਆਉਂਦੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਕਿੰਨੀ ਨਹੀਂ ਹੈ। ਦੇਖੋ ਹੁਣ ਪੂਰੇ ਭਾਰਤ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਸਕਦੀ ਹੈ, ਕਿਉਂਕਿ ਜੇ ਹਰਿਆਣਾ ਦੇ ਵਿੱਚ ਸ਼ੁਰੂ ਹੋ ਰਹੀ ਹੈ ਤਾਂ ਹੋ ਸਕਦਾ ਬਾਕੀ ਸਾਰੇ ਦੁਨੀਆ ਦੇ ਵਿੱਚ ਜਿਹੜੇ ਬੈਠੇ ਨੇ ਭਾਰਤੀ NRIs ਵੀ, ਉਹ ਵੀ ਕਹਿਣਗੇ ਕਿ ਅਸੀਂ ਵੀ ਭਾਰਤ ਦੇ ਵਾਸੀ ਹੈਗੇ, ਭਾਰਤ ਤੋਂ ਹੀ ਇੱਥੇ ਆਏ ਆ, ਸ਼ਾਇਦ ਉਹ ਵੀ ਕੋਈ ਨਾ ਕੋਈ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਸਕੀਮ ਸ਼ੁਰੂ ਹੋ ਜਾਏ। ਤੇ ਜਿਹੜੇ ਇੰਡੀਆ ਦੇ ਵਿੱਚ ਥਾਂ ਥਾਂ ਦੇ ਉੱਤੇ ਬਜ਼ੁਰਗ ਬੈਠੇ ਨੇ, ਸ਼ਾਇਦ ਉਹਨਾਂ ਵਾਸਤੇ ਵੀ ਕੋਈ ਸਕੀਮ ਸ਼ੁਰੂ ਹੋ ਜਾਏ। ਫਿਰ ਤੁਸੀਂ ਹੁਣ ਆਪਣਾ ਬੈਗ ਪੈਕ ਕਰੋ,
ਤੇ ਆਪਣਾ ਸੂਟਕੇਸ ਚੱਕੋ ਤੇ ਚਲੋ। ਨਹੀਂ ਸਾਨੂੰ ਲੋੜ ਨਹੀਂ ਹੈਗੀ, ਸਾਡੇ ਵਾਸਤੇ ਪੰਜਾਬ ਸੂਟਕੇਸ ਠੀਕ ਬਸ ਹੈ। ਤੁਸੀਂ ਦੂਸਰਾ ਹੈਂਡਬੈਗ ਵਾਲੇ ਚੱਕਣਾ, ਦੂਸਰਾ ਟੈਰਾ ਵਾਲਾ ਸੂਟਕੇਸ ਬਿਲਕੁਲ ਨਾ ਚੱਕਣਾ। ਮੈਂ ਜਾਣਾ ਹੀ ਨਹੀਂ ਉੱਥੇ, ਵੀਲਸ ਵਾਲਾ ਨਹੀਂ ਹੁੰਦਾ ਮੈਂ ਹੈ। ਫਿਰ ਵੀ ਤੁਹਾਨੂੰ ਕਹਿ ਰਹੀ ਹਾਂ ਵੀਲਸ ਵਾਲਾ ਲੈ ਕੇ ਨਹੀਂ ਜਾਣਾ। ਹਾਂ, ਟਾਇਰਾਂ ਵਾਲਾ ਕੋਈ ਨਹੀਂ ਬਣਿਆ ਅੱਜ ਤੱਕ, ਕਿਸੇ ਕੰਪਨੀ ਨੇ ਨਹੀਂ ਬਣਾਇਆ ਹੈਗਾ। ਕਿਉਂ ਨਹੀਂ ਬਣਾਏ ਵੀਲਸ ਵਾਲਾ ਬਣਾਇਆ। ਉਹ ਵੀਲ ਨੂੰ ਪੰਜਾਬੀ ਚ ਭਾਜੀ ਉਹੀ ਕਹਿੰਦੇ ਨੇ, ਟਾਇਰ ਹੀ ਕਹਿੰਦੇ ਨੇ। ਇਹ ਸਾਡਾ ਪੰਜਾਬੀ ਪ੍ਰੋਗਰਾਮ ਹੈ, ਅਸੀਂ ਤੇ ਪੰਜਾਬੀ ਚ ਗੱਲ ਕਰਨੀ ਹੈ। ਚਲੋ ਟਾਇਰਾਂ ਵਾਲਾ, ਟਾਇਰਾਂ ਵਾਲਾ ਟੈਚੀ ਸਾਡਾ। ਟਰੈਕਟਰ ਦੇ ਟਾਇਰ ਲੱਗੇ ਹੋਣਗੇ ਉਹਨੂੰ। ਐਸੇ ਵੈਸੇ ਮਜ਼ਾ ਬੜਾ ਆਉਂਦਾ ਉਹਨੂੰ ਲੈ ਕੇ ਜਾਣ ਨੂੰ ਨਾ, ਜੋ ਟਰੈਕਟਰ ਕਰਕੇ ਲੈ ਕੇ ਜਾਂਦੇ ਆ। ਉਹ ਸਿੰਬਲ ਹੈ ਸਟੇਟਸ ਦਾ, ਕਿ ਪਈਆਂ ਐਵੇਂ ਵਾਲਾ। ਸਟੇਟਸ ਸਿੰਬਲ ਹੈ, ਸੌਖਾ ਤਰੀਕਾ ਹੈ ਇਹ ਕੱਪੜੇ ਸਟੇਟਸ ਕੈਰੀ ਸਿੰਬਲ ਬਣ ਕਰਨ ਗਿਆ। ਦਾ। ਅੱਜ ਕੱਲ ਸਟੇਟਸ ਸਿੰਬਲ ਵੀ ਹੈਗਾ, ਹੱਥ 'ਚ 버ਗਰ ਫੜਿਆ ਹੋਵੇ, ਹੱਥ 'ਚ ਕੋਈ ਸੌਫਟ ਡਰਿੰਕ ਫੜਿਆ ਹੋਵੇ, ਪਿੱਛੇ ਪਿੱਛੇ ਬੈਗ ਤੁਰਿਆ ਆਉਂਦਾ, ਜਿਵੇਂ ਕਾਕੇ ਬਟ ਨੂੰ, ਇਹਦੇ ਚ ਕੋਈ ਮਾੜੀ ਚੀਜ਼ ਨਹੀਂ ਜਿਵੇਂ ਹੈ। ਕਾਕੇ ਨੂੰ ਉਂਗਲ ਲਾਇਆ ਹੁੰਦਾ ਨਾ, ਕਾਕਾ ਪਿੱਛੇ ਪਿੱਛੇ ਤੁਰਿਆ ਆਉਂਦਾ, ਉਵੇਂ ਬੈਗ ਪਿੱਛੇ ਪਿੱਛੇ ਤੁਰਿਆ ਹੁੰਦਾ। ਈਜ਼ੀਲੀ ਆਪਾਂ ਇਹਨੂੰ ਲੈ ਕੇ ਜਾ ਸਕਦੇ ਕਿਤੇ ਵੀ। ਹੁਣ ਜਿਹੜੇ ਨਹੀਂ ਚੱਕ ਸਕਦੇ ਬੈਗ, ਉਹਨਾਂ ਲਈ ਚਲੋ ਨੌਜਵਾਨ ਤਾਂ ਚਲੋ ਚੱਕ ਲੈਣਗੇ ਜਿਹੜਾ ਮਰਜ਼ੀ ਬੈਗ ਹੈ, ਬਟ ਜਿਹੜੇ ਨਹੀਂ ਚੱਕ ਸਕਦੇ ਉਹਨਾਂ ਲਈ ਤਾਂ ਈਜ਼ੀ ਹੈ, ਬਜ਼ੁਰਗਾਂ ਲਈ ਈਜ਼ੀ ਹੈ ਕਿ ਸਿਰਫ ਰੇੜ ਕੇ ਲੈ ਕੇ ਜਾਣਾ, ਹੋਰ ਕਿਤੇ ਨਹੀਂ। ਤੁਹਾਨੂੰ ਪਤਾ ਇੱਕ ਹੋਰ ਸ਼ਹਿਰ ਇਦਾਂ ਦਾ ਹੈ ਜਿੱਥੇ ਬੈਗ ਜਿਹੜੇ ਬੈਨ ਹੈ। ਬੈਗ ਨਹੀਂ ਹੈਗੇ ਟਾਇਰਾਂ ਵਾਲੇ, ਟੈਰਾ ਵਾਲੇ ਬੈਗ ਨਹੀਂ ਲੈ ਬੈਨ ਕੇ ਹੈ। ਜਾਣੇ। ਉੱਥੇ ਨਹੀਂ ਲੈ ਕੇ ਜਾ ਸਕਦੇ ਤੁਸੀਂ, ਧਿਆਨ ਰੱਖਿਓ ਜਦੋਂ ਤੁਸੀਂ ਉੱਥੇ ਜਾਓਗੇ ਤਾਂ। ਕਿੱਥੇ? ਇਹ ਕਰੋਸ਼ੀਆ ਦਾ ਇੱਕ ਸ਼ਹਿਰ ਹੈ। ਉਹ ਕਿੱਥੇ ਹੈਗਾ? ਇਹ ਕਰੋਸ਼ੀਆ 'ਚ ਹੀ ਹੈ। ਕਰੋਸ਼ੀਆ 'ਚ ਹੀ? ਅੱਛਾ, ਉੱਥੇ ਮੈਂ ਬੈਗ ਲੈ ਕੇ ਜਾਵਾਂ ਤੇ ਮੈਂ ਟਾਇਰਾਂ ਵਾਲਾ ਬੈਗ ਨਹੀਂ ਲੈ ਕੇ ਜਾਣਾ। ਹਾਂਜੀ, ਇੱਥੇ ਵੀਲ ਵਾਲੇ ਬੈਗ ਯਾਨੀ ਕਿ ਟਾਇਰਾਂ ਵਾਲਾ ਬੈਗ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਉੱਥੇ ਦੀ ਇੱਕ ਖਾਸੀਅਤ ਇਹ ਹੈ ਕਿ ਉਹ ਜਿਹੜਾ ਸ਼ਹਿਰ ਹੈ ਨਾ, ਉਹ ਥੋੜਾ ਪੁਰਾਤਨਿਕ ਹੈ। ਯਾਨੀ ਕਿ ਕਾਫੀ ਟਾਈਮ ਤੋਂ ਉਹਨਾਂ ਨੇ ਇਸ ਸ਼ਹਿਰ ਨੂੰ ਸੰਭਾਲ ਕੇ ਰੱਖਿਆ ਪੁਰਾਣੀ ਵਿਰਾਸਤ ਦੇ ਤਰੀਕੇ ਦੇ ਨਾਲ। ਜਿਵੇਂ ਅਸੀਂ ਇਸ ਆਪਣੇ ਪੰਜਾਬ ਦੇ ਵਿੱਚ ਅਸੀਂ ਨਕਲੀ ਹਵੇਲੀਆਂ ਬਣਾਈਆਂ ਹੋਈਆਂ, ਲੋਕੀ ਹਵੇਲੀ ਦੇ ਵਿੱਚ ਸਪੈਸ਼ਲ ਦੇਖਣ ਜਾਂਦੇ ਸਾਡੇ ਪੰਜਾਬ ਦੇ ਵਿੱਚ ਕੀ ਕੀ ਹੁੰਦਾ ਸੀ। ਸੋ ਕਰੋਸ਼ੀਆ ਨੇ ਆਪਣੇ ਇੱਕ ਸ਼ਹਿਰ ਨੂੰ ਇਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਤਾਂ ਕਿ ਲੋਕ ਦੂਰੋਂ ਦੂਰੋਂ ਆਉਣ ਤੇ ਦੇਖਣ ਕਿ ਸਾਡਾ ਜਿਹੜਾ ਇੱਕ ਸ਼ਹਿਰ ਹੈ ਪੁਰਾਣੇ ਟਾਈਮ ਨਾਲ ਜੁੜਿਆ ਹੋਇਆ। ਉਹਦੇ ਉੱਥੇ ਹਾਲੇ ਤੱਕ ਸਭ ਕੁਝ ਪੁਰਾਣਾ ਹੈ, ਈਵਨ ਕਿ ਉਹ ਬਿਲਕੁਲ ਡਿਵੈਲਪ ਨਹੀਂ ਹੋਇਆ। ਉੱਥੇ ਦੀ ਸੜਕਾਂ ਔਰ ਗਲੀਆਂ ਜਿਹੜੀਆਂ ਨੇ ਉਹ ਵੀ ਬਿਲਕੁਲ ਡਿਵੈਲਪ ਨਹੀਂ ਹੈ, ਤਾਂ ਕਰਕੇ ਉੱਥੇ ਬੈਨ ਹੈ। ਮਤਲਬ ਜਦੋਂ ਦਾ ਸ਼ੁਰੂ 'ਚ ਸੀਗਾ ਉਦੋਂ ਦਾ ਹੀ ਰੱਖਿਆ ਹੋਇਆ। ਉਦਾਂ ਦਾ ਹੀ ਰੱਖਿਆ ਹੋਇਆ। ਜੇ ਉਹ ਟਾਇਰਾਂ ਵਾਲਾ ਬੈਗ ਲੈ ਕੇ ਜਾਣਗੇ ਤਾਂ ਉਹ ਟਾਇਰ ਜਿਹੜੇ ਨੇ ਉਹ ਸਾਰਾ ਫਰਸ਼ ਪੱਟ ਦੇਣਗੇ। ਫਰਸ਼ ਨਹੀਂ ਪੱਟ ਦੇਣਗੇ, ਐਕਚੁਅਲੀ ਉਹਨਾਂ ਦੀਆਂ ਗਲੀਆਂ ਔਰ ਸੜਕਾਂ ਹੀ ਇਸ ਤਰੀਕੇ ਦੀਆਂ ਨੇ ਜਿਹਦੇ ਵਿੱਚ ਫਿਰ ਬਹੁਤ ਸ਼ੋਰ ਆਉਂਦਾ ਜਦੋਂ ਲੈ ਕੇ ਜਾਂਦੇ ਆ। ਜਿਵੇਂ ਸਾਡੇ ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਇੱਟਾਂ ਵਾਲੀਆਂ ਗਲੀਆਂ ਔਰ ਸੜਕਾਂ ਹੁੰਦੀਆਂ ਸੀ ਔਰ ਆਪਾਂ ਉੱਥੇ ਕੁਝ ਵੀ ਚਲਾਉਂਦੇ ਸੀ ਇਦਾਂ ਦੀ ਖੜ ਖੜ ਦੀ ਆਵਾਜ਼ ਆਉਂਦੀ ਸੀ ਨਾ, ਇਸੇ ਤਰੀਕੇ ਨਾਲ ਉਹਨਾਂ ਦੇ ਵੀ ਇਦਾਂ ਹੀ ਆ। ਲੋਕੀ ਡਿਸਟਰਬ ਹੋ ਜਾਂਦੇ ਆ, ਉਹਨਾਂ ਦੀ ਨੀਂਦ ਡਿਸਟਰਬ ਹੋ ਜਾਂਦੀ ਹੈ। ਬਹੁਤ ਦੂਰੋਂ ਦੂਰੋਂ ਲੋਕ ਉਸ ਸ਼ਹਿਰ ਨੂੰ ਦੇਖਣ ਆਉਂਦੇ ਆ, ਟੂਰਿਸਟ ਆਉਂਦੇ ਆ। ਕਹਿੰਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਨਾ ਜਿਹੜੇ ਇੱਟਾਂ ਵਾਲੀਆਂ ਗਲੀਆਂ ਹੁੰਦੀਆਂ ਸੀ ਪਿੰਡਾਂ ਦੀਆਂ, ਅੱਜ ਕੱਲ ਦੇਖਦੇ ਨਾ ਨਾਲੀਆਂ ਸਾਈਡ ਤੇ ਨੇ, ਉਹ ਨਾਲੀ ਬਿਲਕੁਲ ਗੱਬੇ ਹੁੰਦੀ ਸੀ, ਵਿਚਕਾਰ ਇੱਕੋ ਹੀ ਨਾਲੀ ਹੁੰਦੀ ਨਹੀਂ ਸੀ। ਮੈਨੂੰ ਪਤਾ। ਹਾਂ, ਪੁਰਾਣੇ ਪਿੰਡਾਂ ਦੇ ਮੈਂ ਵਿੱਚ ਇੱਟਾਂ ਵਾਲੀ ਗਲੀਆਂ ਤਾਂ ਜ਼ਰੂਰ ਦੇਖਿਆ, ਲੇਕਿਨ ਇਦਾਂ ਨਾਲੀਆਂ ਵਿਚਕਾਰ ਨਹੀਂ ਮੈਂ ਦੇਖੀਆਂ। ਮੈਂ ਦੇਖਿਆ ਨਹੀਂ, ਸੁਣਿਆ। ਅੱਛਾ, ਸੁਣਿਆ। ਹਾਂ, ਮੈਂ ਵੀ ਸੁਣਿਆ ਕਿ ਵਿਚਕਾਰ ਨਾਲੀ ਹੁੰਦੀ ਸੀ, ਸਾਈਡਾਂ ਤੇ ਨਹੀਂ ਹੁੰਦੀ ਸੀ। ਕਿਉਂ? ਉਸ ਦੋਵੇਂ ਪਾਸੇ ਦੇ ਘਰ ਸਾਫ਼ ਕਰਨ, ਇਕੱਠੇ ਮਿਲ ਕੇ ਸਾਫ਼ ਕਰੋ। ਜੇ ਸਾਈਡ ਸਾਈਡ ਤੇ ਹੋਏਗੀ ਤੇ ਆਪਣੇ ਆਪਣੇ ਪਰ ਅੱਜ ਕਰਨਗੇ। ਕੱਲ ਤਾਂ ਨਾਲੀਆਂ ਵੀ ਬੰਦ ਹੋ ਗਈਆਂ। ਹਾਂ, ਪਿੰਡਾਂ ਦੇ ਵਿੱਚ ਵੀ ਨਾਲੀਆਂ ਗਾਇਬ ਹੈ। ਨਹੀਂ ਵੋਟਾਂ ਇਸ ਕਰਕੇ ਹੁੰਦੀਆਂ ਨੇ, ਸੜਕਾਂ ਪੱਕੀਆਂ ਕਰਾਓ, ਨਾਲੀਆਂ ਪੱਕੀਆਂ ਕਰਾਓ, ਗਲੀਆਂ ਪੱਕੀਆਂ ਕਰਾਓ। ਉੱਥੇ ਦੀਆਂ ਨਾ ਨਾਲੀਆਂ ਰਹੀਆਂ, ਨਾ ਉਹ ਗਲੀਆਂ ਰਹੀਆਂ, ਨਾ ਉਹ ਸੜਕਾਂ ਰਹੀਆਂ। ਹੁਣ ਰਹਿ ਗਿਆ ਪਿੰਡ ਤੇ ਪਿੰਡ ਬਦਲ ਗਏ ਨੇ, ਪਿੰਡਾਂ ਦੇ ਵਿੱਚ ਲੋਕ ਵੀ ਨਹੀਂ ਰਹੇ। ਕੀ ਰਹਿ ਗਿਆ ਉੱਥੇ? ਉੱਥੇ ਬਸ ਘਰ ਹੀ ਰਹਿ ਗਏ। ਘਰ ਹੀ ਰਹਿ ਗਏ, ਬਾਕੀ ਸਾਰੇ ਵਿਦੇਸ਼ਾਂ ਨੂੰ ਚਲੇ ਗਏ ਨੇ। ਖੂਹ ਵੀ ਬੰਦ ਹੋ ਗਏ ਹੈ, ਸਭ ਕੁਝ ਬੰਦ ਹੈ, ਬਾਕੀ ਸਭ ਵਿਦੇਸ਼ਾਂ ਨੂੰ ਚਲੇ ਗਏ। ਆ ਦੇਖੋ ਨਾ, ਸਭ ਕੁਝ ਬੰਦ ਕੀਤਾ ਅਸੀਂ, ਨਹਿਰਾਂ ਬੰਦ ਕਰ ਦਿੱਤੀਆਂ, ਸੂਏ ਬੰਦ ਕਰ ਦਿੱਤੇ, ਪਾਣੀ ਦਾ ਨਿਕਾਸ ਬੰਦ ਹੋ ਗਿਆ। ਤੇ ਦੇਖੋ ਹੁਣ ਪਹਾੜਾਂ 'ਚ ਮੀਂਹ ਪੈਂਦਾ ਪਿਆ ਤੇ ਪੰਜਾਬ ਵੱਲ ਆਉਂਦਾ ਪਿਆ ਤੇ ਪੰਜਾਬ ਦੇ ਵਿੱਚ ਨਿਕਾਸੀ ਹੈ ਨਹੀਂ। ਸਾਰੇ ਹੜ੍ਹ ਦੇ ਕਿੰਨੇ ਜ਼ਿਆਦਾ ਬੁਰੇ ਹਾਲਾਤ ਬਣੇ ਹੋਏ। ਤਾਂ ਹੜ੍ਹ ਨਾਲ ਤਾਂ ਚਲੋ ਪੰਜਾਬ ਦੇ ਨਾਲ ਹੋਰ ਵੀ ਬਹੁਤ ਰਾਜ ਹੈ ਜਿਨ੍ਹਾਂ ਦਾ ਬੁਰਾ ਹਾਲ ਹੈ। ਆਪਾਂ ਰੱਬ ਤੋਂ ਇਹੀ ਦੁਆ ਕਰਾਂਗੇ ਕਿ ਜਲਦੀ ਤੋਂ ਜਲਦੀ ਸਭ ਦੇ ਹਾਲਾਤ ਠੀਕ ਹੋ ਜਾਣ, ਸਭ ਦੀ ਜਿਹੜੀ ਜ਼ਿੰਦਗੀ ਹੈ ਦੁਬਾਰਾ ਨੋਰਮਲ ਹੋ ਜਾਏ। ਸੋ ਹੁਣ ਵੇਲਾ ਵੀ ਹੋ ਚੁੱਕਿਆ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਸਾਨੂੰ ਲੈ ਲੈਣੀ ਚਾਹੀਦੀ ਹੈ ਸ਼ਾਇਦ। ਹਾਂ, ਲੈ ਲੈਣੀ ਚਾਹੀਦੀ ਹੈ ਇਜਾਜ਼ਤ। ਨਾਲ ਸਾਡੀ ਦਰਸ਼ਕਾਂ ਨੂੰ ਇਹ ਵੀ ਕਵਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜੋ, ਇਨਬਾਕਸ ਕਰੋ। ਤੁਸੀਂ ਵੀ ਕੋਈ ਟੇਢੀ ਮੇਢੀ ਗੱਲ, ਕੋਈ ਸਿੱਧੀ ਪੱਧਰੀ ਗੱਲ, ਕੋਈ ਗੋਲ ਗੱਲ, ਕੁਝ ਵੀ ਸਾਡੇ ਭੇਜੋ। ਜਿਹੜੀ ਵੀ ਗੱਲ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਸ਼ੋਅ ਦੇ ਵਿੱਚ ਕਰੀਏ, ਤੁਸੀਂ ਜ਼ਰੂਰ ਸਾਨੂੰ ਭੇਜ ਸਕਦੇ ਹੋ। ਸਾਨੂੰ ਫੇਸਬੁੱਕ ਤੇ ਉੱਤੇ ਕਰ ਸਕਦੇ ਹੋ। ਸਾਡਾ YouTube ਚੈਨਲ ਪੰਜਾਬ ਮਿਲ USA TV ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ। ਤੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਇੱਕ ਕੰਮ ਹੋਰ ਵੀ ਕਰੋ ਕਿ ਆਪਣੇ ਫਰੈਂਡਸ ਨੂੰ ਵੀ ਰਿਕਮੈਂਡ ਕਰੋ ਕਿ ਉਹ ਵੀ ਸਾਡੇ ਚੈਨਲ ਨੂੰ ਦੇਖਣ ਔਰ ਉਹ ਵੀ ਸਬਸਕ੍ਰਾਈਬ ਕਰਨ। ਸੋ ਚੱਲੀਏ ਸੁਰਭੀ, ਤੁਸੀਂ ਹੋਰ ਗੱਲਾਂ ਲੱਭਣੀਆਂ ਹੋਣਗੀਆਂ। ਹਾਂਜੀ, ਬਹੁਤ ਗੱਲਾਂ ਲੱਭਣੀਆਂ। ਅਗਲੀ ਵਾਰ ਫੇਰ ਮਿਲਾਂਗੇ ਨਵੀਆਂ ਗੱਲਾਂ ਦੇ ਨਾਲ, ਨਵੀਆਂ ਗੱਲਾਂ ਦੇ ਨਾਲ, ਸਿੱਧੀਆਂ ਗੱਲਾਂ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।